ਫਿਜ਼ਿਕਸ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ +1 ਦਾ ਤੀਸਰਾ ਚੈਪਟਰ ਮੋਸ਼ਨ ਸਟਾਰਟ ਕਰਨ ਲੱਗੇ ਹਾਂ। ਇਸ ਤੋਂ ਪਹਿਲਾਂ ਆਪਾਂ ਫਿਜ਼ੀਕਲ ਵਰਲਡ ਤੇ ਯੂਨਿਟਸ ਐਂਡ ਮੇਜਰਮੈਂਟ ਚੈਪਟਰ ਕੀਤਾ ਸੀ। ਉਹਦੇ ਵਿੱਚ ਆਪਾਂ ਮੇਜਰਮੈਂਟਸ ਕਰਨੀਆਂ ਸਿੱਖੀਆਂ ਸੀ, ਡਾਇਮੈਂਸ਼ਨਲ ਐਨਾਲਿਸਿਸ ਦੀ ਵਰਤੋਂ ਕਰਨੀ ਸਿੱਖੀ ਸੀ। ਹੁਣ ਅਸੀਂ ਮੋਸ਼ਨਸ ਤੋਂ ਸਟਾਰਟ ਕਰ ਰਹੇ ਹਾਂ। ਬੱਚਿਓ, ਮੋਸ਼ਨ ਦੇ ਨਾਲ ਅਸੀਂ ਸਾਰੇ ਹੀ ਬੜੇ ਅੱਛੀ ਤਰ੍ਹਾਂ ਜੁੜੇ ਹੋਏ ਹਾਂ ਪਹਿਲਾਂ ਹੀ, ਕਿਉਂਕਿ ਅਸੀਂ ਤੁਰਦੇ ਹਾਂ, ਭੱਜਦੇ ਹਾਂ, ਈਵਨ ਕਿ ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ ਉਦੋਂ ਵੀ ਅਸੀਂ ਸਾਹ ਲੈਂਦੇ ਹਾਂ। ਹਵਾ ਸਾਡੇ ਸਰੀਰ ਦੇ ਅੰਦਰ ਜਾਂਦੀ ਆ ਅਤੇ ਬਾਹਰ ਆਉਂਦੀ ਆ। ਸਾਡਾ ਹਾਰਟ ਬਲੱਡ ਨੂੰ ਪੰਪ ਕਰਦਾ, ਸਾਰੇ ਸਰੀਰ ਦੇ ਵਿੱਚ ਬਲੱਡ ਆ ਜਿਹੜਾ ਉਹ ਫਲੋ ਕਰਦਾ। ਸੋ ਮੋਸ਼ਨ ਇਜ਼ ਦੀ ਪਾਰਟ ਐਂਡ ਪਾਰਟੀਸਿਪਲ ਆਫ ਆਵਰ ਲਾਈਫ, ਸਾਡੇ ਨਾਲ ਹਰ ਤਰੀਕੇ ਨਾਲ ਜੁੜਿਆ ਹੋਇਆ। ਇਸ ਚੈਪਟਰ ਦੇ ਵਿੱਚ ਆਪਾਂ ਸਿਰਫ ਸਿੰਪਲੈਸਟ ਫਾਰਮ ਆਫ ਦੀ ਮੋਸ਼ਨ, ਜਿਹੜਾ ਕਿ ਮੋਸ਼ਨ ਇਨ ਏ ਸਟਰੇਟ ਲਾਈਨ, ਮਤਲਬ ਸਿੱਧੀ ਰੇਖਾ ਦੇ ਵਿੱਚ ਕੋਈ ਬੋਡੀ ਜਦੋਂ ਚੱਲਦੀ ਆ, ਸਿਰਫ ਅਸੀਂ ਉਹਦੇ ਬਾਰੇ ਪੜ੍ਹਾਂਗੇ। ਨਾਲ ਦੀ ਨਾਲ ਹੋਰ ਜਿਹੜੀਆਂ ਚੀਜ਼ਾਂ ਆਪਾਂ ਇਸ ਚੈਪਟਰ 'ਚ ਕਵਰ ਕਰਾਂਗੇ ਇਸ ਲੈਕਚਰ ਦੇ ਵਿੱਚ, ਸਭ ਤੋਂ ਪਹਿਲਾਂ ਅਸੀਂ ਰੈਕਟੀਲੀਨੀਅਰ ਮੋਸ਼ਨ ਪੜ੍ਹਾਂਗੇ ਕੀ ਹੁੰਦਾ, ਜਿਹੜਾ ਕਿ ਆਪਾਂ ਹੁਣੇ ਹੀ ਪੜ੍ਹਿਆ ਹੈ ਕਿ ਮੋਸ਼ਨ ਇਨ ਏ ਸਟਰੇਟ ਲਾਈਨ, ਜਿਹੜਾ ਕਿ ਇਸ ਚੈਪਟਰ ਦਾ ਸਾਡਾ ਸਿਰਲੇਖ ਵੀ ਆ। ਸਿੱਧੀ ਲਾਈਨ ਦੇ ਵਿੱਚ ਜਦੋਂ ਕਿਸੇ ਬੋਡੀ ਦਾ ਮੋਸ਼ਨ ਪੜ੍ਹਿਆ ਜਾਂਦਾ ਹੈ ਤਾਂ ਉਹਨੂੰ ਅਸੀਂ ਕਹਿੰਦੇ ਆ ਰੈਕਟੀਲੀਨੀਅਰ ਮੋਸ਼ਨ। ਸੋ ਮੋਸ਼ਨ ਇਨ ਏ ਸਟਰੇਟ ਲਾਈਨ, ਇਨ ਏ ਸਟਰੇਟ ਲਾਈਨ। ਸਟਰੇਟ ਲਾਈਨ ਦਾ ਮਤਲਬ ਸਿੱਧੀ ਰੇਖਾ ਦੇ ਵਿੱਚ ਜਦੋਂ ਕੋਈ ਬੋਡੀ ਚੱਲੇ ਤਾਂ ਉਹਨੂੰ ਅਸੀਂ ਸਟਰੇਟ ਲਾਈਨ ਮੋਸ਼ਨ ਕਹਿ ਸਕਦੇ ਹਾਂ। ਇਸ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ। ਜੇਕਰ ਇੱਕ ਲੰਬੀ ਦੂਰੀ ਤੱਕ ਟ੍ਰੇਨ ਦੀ ਲਾਈਨ, ਰੇਲਵੇ ਦੀ ਲਾਈਨ ਕਾਫੀ ਲੰਬੀ ਦੂਰ ਤੱਕ ਬਿਲਕੁਲ ਬਿਨਾਂ ਮੋੜ ਤੋਂ ਸਿੱਧੀ ਹੋਵੇ ਅਤੇ ਟ੍ਰੇਨ ਦਾ ਉਸ ਦੇ ਉੱਤੇ ਜੋ ਮੋਸ਼ਨ ਹੋਏਗਾ ਦੈਟ ਵਿਲ ਬੀ ਏ ਰੈਕਟੀਲੀਨੀਅਰ ਮੋਸ਼ਨ, ਇੱਕ ਸਿੱਧੀ ਰੇਖਾ ਦੇ ਵਿੱਚ। ਹੁਣ ਜਦੋਂ ਵੀ ਅਸੀਂ ਮੋਸ਼ਨ ਨੂੰ ਡੀਲ ਕਰਦੇ ਹਾਂ ਤਾਂ ਇੱਥੇ ਅਸੀਂ ਜਿਵੇਂ ਹੁਣੇ ਟ੍ਰੇਨ ਦੀ ਐਗਜ਼ਾਮਪਲ ਲਈ, ਪਰ ਟ੍ਰੇਨ ਤਾਂ ਬਹੁਤ ਲੰਬੀ ਹੁੰਦੀ ਹੈ, ਪਰ ਅਸੀਂ ਜਦੋਂ ਵੀ ਆਪਣੀ ਸਟੱਡੀਜ਼ ਕਰਾਂਗੇ ਇਹਦੇ ਵਿੱਚ ਅਸੀਂ ਕਨਫਾਈਨ ਕਰਾਂਗੇ ਆਪਣੀ ਸਟੱਡੀ ਨੂੰ ਟੂ ਏ ਪੁਆਇੰਟ ਆਬਜੈਕਟ। ਹੁਣ ਪੁਆਇੰਟ ਆਬਜੈਕਟ ਦਾ ਫੰਡਾ ਕੀ ਹੈ? ਕੋਈ ਵੀ ਆਬਜੈਕਟ ਜੋ ਹੈ ਉਹ ਪੁਆਇੰਟ ਤਾਂ ਨਹੀਂ ਹੁੰਦਾ, ਪਰ ਅਸੀਂ ਹਰੇਕ ਆਬਜੈਕਟ ਨੂੰ ਜੇਕਰ ਪੁਆਇੰਟ ਮੰਨ ਕੇ ਉਹਦੀ ਸਟੱਡੀ ਕਰੀਏ, ਪੁਆਇੰਟ ਮੰਨ ਕੇ ਉਹਦੇ ਬਾਰੇ ਕੈਲਕੂਲੇਸ਼ਨਸ ਕਰੀਏ, ਉਹਦੀਆਂ ਵੈਲੋਸਿਟੀ ਫਾਈਂਡ ਕਰੀਏ, ਉਹਦੀ ਐਕਸਲਰੇਸ਼ਨ ਫਾਈਂਡ ਕਰਾਂਗੇ ਤਾਂ ਸਾਡੀਆਂ ਕੈਲਕੂਲੇਸ਼ਨਸ ਈਜ਼ੀ ਹੋ ਜਾਂਦੀਆਂ ਨੇ। ਹੁਣ ਕਿਵੇਂ ਮੰਨ ਸਕਦੇ ਆਪਾਂ ਕਿਸੇ ਬੋਡੀ ਨੂੰ ਪੁਆਇੰਟ? ਜੇਕਰ ਬੋਡੀ ਦੀਆਂ ਡਾਇਮੈਂਸ਼ਨਸ, ਮਤਲਬ ਬੋਡੀ ਦਾ ਆਕਾਰ ਜੋ ਹੈ ਉਹ ਜੇਕਰ ਉਹਦੇ ਤੈਅ ਕੀਤੀ ਦੂਰੀ ਤੋਂ ਬਹੁਤ ਛੋਟਾ ਹੋਵੇ, ਮਤਲਬ ਬੋਡੀ ਨੇ ਡਿਸਟੈਂਸ ਤਾਂ ਟਰੈਵਲ ਕਰਨਾ ਹੋਵੇ ਕਈ ਕਿਲੋਮੀਟਰਸ, ਪਰ ਬੋਡੀ ਦਾ ਆਕਾਰ ਸਿਰਫ ਸੈਂਟੀਮੀਟਰਸ ਜਾਂ ਮੀਟਰਸ ਦੇ ਵਿੱਚ ਹੋਵੇ ਤਾਂ ਅਸੀਂ ਉਸ ਬੋਡੀ ਨੂੰ ਪੁਆਇੰਟ ਆਬਜੈਕਟ ਮੰਨ ਸਕਦੇ ਹਾਂ। ਓਕੇ, ਅਗਲੀ ਗੱਲ ਹੁਣ ਇਹ ਹੈ ਕਿ ਕਿਸੇ ਬੋਡੀ ਨੂੰ ਅਸੀਂ ਕਿਉਂ ਕਹਿੰਦੇ ਹਾਂ, ਕਦੋਂ ਕਹਿੰਦੇ ਹਾਂ ਵੀ ਇਹ ਬੋਡੀ ਮੋਸ਼ਨ ਦੇ ਵਿੱਚ ਹੈ? ਜਦੋਂ ਕੋਈ ਬੋਡੀ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਪ੍ਰਤੀ ਆਪਣੀ ਪੋਜੀਸ਼ਨ ਬਦਲੇ ਤਾਂ ਉਹਨੂੰ ਅਸੀਂ ਮੋਸ਼ਨ 'ਚ ਕਹਿੰਦੇ ਹਾਂ ਵੀ ਉਹ ਬੋਡੀ ਮੋਸ਼ਨ ਦੇ ਵਿੱਚ ਆ। ਪਰ ਜੇਕਰ ਉਹ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਪ੍ਰਤੀ ਆਪਣੀ ਪੋਜੀਸ਼ਨ ਨਾ ਬਦਲੇ ਤਾਂ ਅਸੀਂ ਕਹਿੰਦੇ ਹਾਂ ਕਿ ਬੋਡੀ ਸਾਡੀ ਰੈਸਟ ਦੇ ਵਿੱਚ ਆ। ਹੁਣ ਰੈਸਟ ਤੇ ਮੋਸ਼ਨ ਦੇ ਵਿੱਚ ਹੋਣਾ ਇਹ ਰਿਲੇਟਿਵ ਨੇ। ਇਹਦਾ ਮਤਲਬ ਆਪਾਂ ਹੁਣੇ ਸਮਝਦੇ ਹਾਂ। ਸਪੋਜ਼ ਕਰਦੇ ਹਾਂ ਸਾਡੇ ਕੋਲ ਇੱਥੇ ਇੱਕ ਕਾਰ ਹੈ ਅਤੇ ਕਾਰ ਦੇ ਵਿੱਚ ਇੱਕ ਇਨਸਾਨ ਬੈਠਾ ਉਹਨੂੰ ਚਲਾ ਰਿਹਾ, ਇੱਧਰ ਨੂੰ ਜਾ ਰਿਹਾ। ਇੱਥੇ ਇੱਕ ਹੋਰ ਸੜਕ ਦੇ ਉੱਤੇ ਇੱਕ ਵਿਅਕਤੀ ਖੜਾ ਹੈ ਜਿਹੜਾ ਕਿ ਇਹਨੂੰ ਦੇਖ ਰਿਹਾ। ਹੁਣ ਜੇਕਰ ਆਪਾਂ ਇਸ ਵਿਅਕਤੀ ਜੋ ਕਿ ਸੜਕ ਦੇ ਕਿਨਾਰੇ ਦੇ ਉੱਤੇ ਖੜਾ ਹੈ, ਇਹਦੇ ਵਿਦ ਰਿਸਪੈਕਟ ਟੂ ਇਸ ਬੰਦੇ ਨੂੰ ਦੇਖਦੇ ਹਾਂ ਜਾਂ ਇਸ ਕਾਰ ਨੂੰ ਦੇਖਦੇ ਹਾਂ, ਤਾਂ ਇਸ ਬੰਦੇ ਦੇ ਵਿਦ ਰਿਸਪੈਕਟ ਟੂ ਇਹ ਕਾਰ ਜੋ ਹੈ ਇਹ ਮੋਸ਼ਨ ਦੇ ਵਿੱਚ ਆ, ਕਿਉਂਕਿ ਸਪੋਜ਼ ਕਰ ਲੈਂਦੇ ਇੱਧਰਲੇ ਪਾਸੇ ਨੂੰ ਕਿਸੇ ਸਪੀਡ 'ਤੇ 40 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਜਾ ਰਹੀ ਆ। ਪਰ ਜੇਕਰ ਆਪਾਂ ਜੋ ਵਿਅਕਤੀ ਇਹਨੂੰ ਚਲਾ ਰਿਹਾ ਉਹਨੂੰ ਫਰੇਮ ਆਫ ਰੈਫਰੈਂਸ ਮੰਨ ਕੇ ਚੱਲੀਏ, ਅਸੀਂ ਇਸ ਵਿਅਕਤੀ ਦੇ ਹਿਸਾਬ ਨਾਲ, ਇਸ ਵਿਅਕਤੀ ਦੇ ਵਿਦ ਰਿਸਪੈਕਟ ਟੂ ਇਸ ਕਾਰ ਨੂੰ ਦੇਖੀਏ
ਤਾਂ ਇਹ ਦੋਨੇ ਇੱਕ ਦੂਜੇ ਦੇ ਵਿਦ ਰਿਸਪੈਕਟ ਟੂ ਰੈਸਟ ਤੇ ਹੋਣਗੇ, ਕਿਉਂਕਿ ਵਿਅਕਤੀ ਵੀ ਕਾਰ ਦੇ ਨਾਲ ਉਨੀ ਵੈਲੋਸਿਟੀ ਦੇ ਅੱਗੇ ਮੂਵ ਕਰ ਰਿਹਾ। ਸੋ ਇਸ ਕਰਕੇ ਰੈਸਟ ਤੇ ਮੋਸ਼ਨ ਦੋਨੇ ਕੀ ਹੋਏ, ਰਿਲੇਟਿਵ ਹੋਏ ਜਦੋਂ ਅਸੀਂ ਕਿਸੇ ਹੋਰ ਦੇ ਹਿਸਾਬ ਨਾਲ ਕਿਸੇ ਬੋਡੀ ਨੂੰ ਦੇਖਦੇ ਹਾਂ। ਤੋ ਇਸ ਪ੍ਰੋਬਲਮ ਦੇ ਵਿੱਚ ਇੱਕ ਵਾਰੀ ਫੇਰ ਧਿਆਨ ਦਿਓ, ਇਹ ਕਾਰ ਜੋ ਹੈ ਜੋ 40 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਇੱਧਰ ਨੂੰ ਜਾ ਰਹੀ ਆ, ਇਹ ਜੋ ਵਿਅਕਤੀ ਬਾਹਰ ਖੜਾ ਹੈ ਉਹਦੇ ਵਿਦ ਰਿਸਪੈਕਟ ਟੂ ਜਾਂ ਗਰਾਊਂਡ ਦੇ ਵਿਦ ਰਿਸਪੈਕਟ ਟੂ ਤਾਂ ਮੋਸ਼ਨ ਦੇ ਵਿੱਚ ਆ, ਪਰ ਜੋ ਵਿਅਕਤੀ ਇਹਦੇ ਵਿੱਚ ਬੈਠਾ ਇਹਨੂੰ ਚਲਾ ਰਿਹਾ ਜਾਂ ਕੋਈ ਹੋਰ ਪੈਸੰਜਰ ਸੀਟ ਤੇ ਕੋਈ ਹੋਰ ਵਿਅਕਤੀ ਬੈਠਾ ਹੋਵੇ ਉਹਦੇ ਵਿਦ ਰਿਸਪੈਕਟ ਟੂ ਇਹ ਕਾਰ ਰੈਸਟ ਤੇ ਹੀ ਰਹੇਗੀ। ਸੋ ਮੈਨੂੰ ਉਮੀਦ ਆ ਵੀ ਰੈਸਟ ਤੇ ਮੋਸ਼ਨ ਦੀਆਂ ਸਟੇਟਸ ਤੁਹਾਨੂੰ ਸਮਝ ਲੱਗ ਗਈਆਂ ਹੋਣਗੀਆਂ। ਡਿਪੈਂਡ ਕਰਦਾ ਅਸੀਂ ਰੈਫਰੈਂਸ ਕਿਹਨੂੰ ਲੈ ਰਹੇ ਹਾਂ। ਜਿਵੇਂ ਇੱਕ ਹੋਰ ਐਗਜ਼ਾਮਪਲ ਲਈਏ, ਸਾਡੀ ਅਰਥ ਸਨ ਦੇ ਅਰਾਊਂਡ, ਜੇਕਰ ਅਸੀਂ ਇੱਥੇ ਮੰਨ ਲਈਏ ਸਾਡਾ ਸਨ ਹੈ ਤੇ ਅਰਥ ਇਹਦੇ ਅਰਾਊਂਡ ਐਲਿਪਟੀਕਲ ਔਰਬਿਟ ਦੇ ਵਿੱਚ ਘੁੰਮਦੀ ਆ। ਸਪੋਜ਼ ਕਰ ਲਓ ਆ ਸਾਡੀ ਅਰਥ ਵਿਦ ਰਿਸਪੈਕਟ ਟੂ ਸਨ ਦੇਖੀਏ ਤਾਂ ਇਹ ਮੂਵ ਕਰ ਰਹੀ ਆ, ਲਗਾਤਾਰ ਸਪੀਡ ਦੇ ਉੱਤੇ ਮੂਵ ਕਰ ਰਹੀ ਹੈ। ਪਰ ਜੇਕਰ ਅਸੀਂ ਅਰਥ ਦੇ ਉੱਤੇ ਆਪਣੇ ਆਪ ਨੂੰ ਦੇਖੀਏ ਵੀ ਅਸੀਂ ਅਰਥ ਤੇ ਰਹਿੰਦੇ ਆ, ਤਾਂ ਬੇਟੇ ਸਾਡੇ ਵਿਦ ਰਿਸਪੈਕਟ ਟੂ ਜੋ ਅਰਥ ਹੈ ਇਹ ਰੈਸਟ ਤੇ ਆ, ਕਿਉਂਕਿ ਅਸੀਂ ਵੀ ਅਰਥ ਦੇ ਨਾਲ ਨਾਲ ਉਨੀ ਵੈਲੋਸਿਟੀ ਤੇ ਹੀ ਮੂਵ ਕਰ ਰਹੇ ਹਾਂ। ਸੋ ਰੈਸਟ ਐਂਡ ਮੋਸ਼ਨ ਦੋਨੇ ਕੀ ਹੋ ਗਏ, ਇਹਨੂੰ ਕਹਿੰਦੇ ਆ ਅਸੀਂ ਰਿਲੇਟਿਵ। ਓਕੇ, ਅੱਗੇ ਸਾਡੇ ਕੋਲੇ ਆਉਂਦਾ ਹੈ ਕੋਆਰਡੀਨੇਟ ਐਕਸਿਸ। ਹੁਣ ਜਦੋਂ ਵੀ ਅਸੀਂ ਕਿਸੇ ਬੋਡੀ ਦੇ ਰੈਸਟ ਜਾਂ ਮੋਸ਼ਨ ਨੂੰ ਅਸੀਂ ਸਟੱਡੀ ਕਰਦੇ ਹਾਂ ਤਾਂ ਉਦੋਂ ਸਾਨੂੰ ਬੋਡੀ ਦੀ ਪੋਜੀਸ਼ਨ ਸਪੈਸੀਫਾਈ ਕਰਨੀ ਪੈਂਦੀ ਹੈ। ਤਾਂ ਬੋਡੀ ਦੀ ਪੋਜੀਸ਼ਨ ਕਿਹਦੇ ਵਿਦ ਰਿਸਪੈਕਟ ਟੂ ਸਪੈਸੀਫਾਈ ਕਰੀਏ, ਤਾਂ ਅਸੀਂ ਜੇਕਰ ਇੱਕ ਡਿਮੈਂਸ਼ਨ ਮੋਸ਼ਨ ਹੋਵੇ, ਇੱਕ ਪਾਸੇ ਨੂੰ ਬੋਡੀ ਚੱਲਦੀ ਹੋਵੇ, ਤਾਂ ਅਸੀਂ ਇੱਕ ਐਕਸਿਸ ਚੂਜ਼ ਕਰਦੇ ਹਾਂ, ਇੱਕ ਲਾਈਨ ਚੂਜ਼ ਕਰਦੇ ਹਾਂ ਜਿਹਨੂੰ ਅਸੀਂ ਐਕਸਿਸ ਕਹਿੰਦੇ ਹਾਂ। ਜਿਵੇਂ ਆਮ ਤੌਰ ਤੇ ਖੱਬਿਓਂ ਸੱਜੇ ਜਾਣ ਵਾਲੀ ਲਾਈਨ ਨੂੰ ਅਸੀਂ ਐਕਸ ਐਕਸਿਸ ਕਹਿ ਦਿੰਦੇ ਹਾਂ। ਇਹ ਤੁਸੀਂ ਬੇਟੇ ਮੈਥ ਦੇ ਵਿੱਚ ਵੀ ਪੜ੍ਹਿਆ ਹੋਏਗਾ। ਜੇਕਰ ਕਿਸੇ ਬੋਡੀ ਦਾ ਮੋਸ਼ਨ, ਜਿਵੇਂ ਕੋਈ ਕਾਰ ਦੀ ਗੱਲ ਕੀਤੀ ਸੀ, ਤਾਂ ਕਾਰ ਦੇ ਮੂਵ ਕਰਨ ਦੇ ਨਾਲ ਦੋ ਡਿਮੈਂਸ਼ਨਸ ਚੇਂਜ ਹੁੰਦੀਆਂ ਹਨ ਤੇ ਸਾਨੂੰ ਐਕਸ ਤੇ ਵਾਈ ਦੋ ਲਾਈਨਾਂ ਡਰਾ ਕਰਨੀਆਂ ਪੈਂਦੀਆਂ ਨੇ, ਤਾਂ ਇਹਨੂੰ ਅਸੀਂ ਕਹਿ ਦਿੰਦੇ ਹਾਂ ਵਾਈ ਐਕਸਿਸ। ਇਸੇ ਤਰ੍ਹਾਂ ਜੇਕਰ ਆਪਾਂ ਐਰੋਪਲੇਨ ਦੇ ਮੋਸ਼ਨ ਦੀ ਗੱਲ ਕਰੀਏ ਤੇ ਐਰੋਪਲੇਨ ਦਾ ਮੋਸ਼ਨ 3 ਡਿਮੈਂਸ਼ਨ ਹੁੰਦਾ ਹੈ, ਉਹਦੇ ਵਿੱਚ ਤਿੰਨੋਂ ਹੀ ਕੋਆਰਡੀਨੇਟ ਚੇਂਜ ਕਰਦੇ ਹਨ, ਐਕਸ ਵੀ, ਵਾਈ ਵੀ ਤੇ ਜ਼ੈਡ ਵੀ। ਤਾਂ ਫਿਰ ਅਸੀਂ 3 ਐਕਸਿਸ ਚੂਜ਼ ਕਰ ਲੈਂਦੇ ਹਾਂ ਤੇ ਤਿੰਨੇ ਐਕਸਿਸ ਦੀ ਜੋ ਇੰਟਰਸੈਕਸ਼ਨ ਪੁਆਇੰਟ ਹੈ ਬੇਟੇ ਇਹਨੂੰ ਅਸੀਂ ਕਹਿੰਦੇ ਆ ਕੋਆਰਡੀਨੇਟ ਐਕਸਿਸ ਦਾ ਰੈਫਰੈਂਸ ਪੁਆਇੰਟ। ਹੁਣ ਕਿਸੇ ਵੀ ਬੋਡੀ ਦੀ ਪੋਜੀਸ਼ਨ ਅਸੀਂ ਦੱਸਣੀ ਹੋਵੇ ਤਾਂ ਅਸੀਂ ਇਸ ਕੋਆਰਡੀਨੇਟ ਐਕਸਿਸ ਦੇ ਰੈਫਰੈਂਸ ਪੁਆਇੰਟ O, ਜਿਹਦਾ ਪੂਰਾ ਨਾਮ ਹੈ ਓਰੀਜਨ ਤੋਂ ਦੱਸਦੇ ਹਾਂ। ਕਿਵੇਂ, ਜੇਕਰ ਕੋਈ ਬੋਡੀ ਇੱਥੇ ਪਈ ਆ, ਸਪੋਜ਼ ਕਰੀਏ P ਪੁਆਇੰਟ ਆ, ਜਿਹੜੀ ਬੋਡੀ ਇੱਥੇ ਪਈ ਆ, ਤਾਂ P ਪੁਆਇੰਟ ਦੇ ਜੋ ਕੋਆਰਡੀਨੇਟਸ ਹੋਣਗੇ X Y Z, ਇਹ ਇਸ ਬੋਡੀ ਦੀ ਪੋਜੀਸ਼ਨ ਦੱਸਣਗੇ ਕਿ ਇਹ ਵਿਦ ਰਿਸਪੈਕਟ ਟੂ O ਕਿੱਥੇ ਪਈ ਆ। ਬਈ ਫਰੇਮ ਆਫ ਰੈਫਰੈਂਸ ਕੀ ਹੁੰਦਾ, ਜੇਕਰ ਸਿੰਪਲ ਜੀ ਗੱਲ ਆ, ਇਹ ਅਸੀਂ ਪੜ੍ਹਿਆ, ਇਹਨੂੰ ਅਸੀਂ ਕਹਿੰਦੇ ਆ ਕੋਆਰਡੀਨੇਟ ਐਕਸਿਸ, ਜਿਹਦੇ ਵਿਦ ਰਿਸਪੈਕਟ ਟੂ ਅਸੀਂ ਜਿਹਦੇ ਨਾਲ ਬੋਡੀ ਦੀ ਪੋਜੀਸ਼ਨ ਸਪੈਸੀਫਾਈ ਕਰਦੇ ਹਾਂ। ਹੁਣ ਜੇਕਰ ਇਹ ਬੋਡੀ ਮੂਵ ਕਰਦੀ ਹੋਵੇ ਤੇ ਅਸੀਂ ਇਹਦਾ ਮੋਸ਼ਨ ਜੋ ਹੈ ਉਹ ਦੇਖਣਾ ਹੈ ਟਾਈਮ ਦੇ ਨਾਲ, ਵੀ ਕਿੰਨੇ ਵਜੇ ਬੋਡੀ ਕਿੱਥੇ ਸੀ, ਕਿੰਨੇ ਸਮੇਂ ਦੇ ਵਿੱਚ ਇਹਨੇ ਕਿੰਨਾ ਡਿਸਟੈਂਸ ਟਰੈਵਲ ਕਰ ਲਿਆ, ਕਿੰਨੀ ਸਪੀਡ ਤੇ ਟਰੈਵਲ ਕਰ ਲਿਆ। ਤਾਂ ਮਤਲਬ ਕਹਿਣ ਦਾ ਇਹ ਹੋਇਆ, ਜੇਕਰ ਇਸ ਕੋਆਰਡੀਨੇਟ ਐਕਸਿਸ ਦੇ ਨਾਲ ਅਸੀਂ ਇੱਕ ਕਲੌਕ ਵੀ ਸਪੈਸੀਫਾਈ ਕਰ ਦਈਏ, ਕਲੌਕ ਦਿਖਾ ਦਈਏ ਤੇ ਕਲੌਕ ਦੇ ਨਾਲ ਟਾਈਮ ਇਹਦਾ ਨਾਲ ਦੀ ਨਾਲ ਚੱਲੀ ਜਾਵੇ, then this coordinate axis becomes a frame of reference। ਤਾਂ ਇਸੇ ਕੋਆਰਡੀਨੇਟ ਐਕਸਿਸ ਨੂੰ ਵਿਦ ਕਲੌਕ ਵਿਦ ਟਾਈਮ ਅਸੀਂ ਕਹਿ ਦਿੰਦੇ ਹਾਂ ਫਰੇਮ ਆਫ ਰੈਫਰੈਂਸ। ਹੁਣ ਅਸੀਂ ਇਸ ਚੈਪਟਰ ਦੇ ਵਿੱਚ ਜਿਹੜਾ ਵੀ ਇਹ ਕੁਝ ਪੜ੍ਹਾਂਗੇ ਉਹਨੂੰ ਬੇਟੇ ਅਸੀਂ ਕਹਿੰਦੇ ਹਾਂ ਕਾਈਨਾਮੈਟਿਕਸ। ਕੀ ਕਹਿੰਦੇ ਆ?
ਕਾਈਨੇਮੈਟਿक्स। ਕਾਈਨੇਮੈਟਿक्स की है? द स्टडी ऑफ द मोशन ऑफ ए बॉडी इफ इट्स कॉज ऑफ मोशन इज़ नॉट टेकन इनटू कंसिडरेशन। जेकर ਆਪਾਂ ਇਹ ਚੀਜ਼ ਦੇ ਵੱਲ ਧਿਆਨ ਨਾ ਦਈਏ ਕਿ ਬੋਡੀ ਮੂਵ ਕਿਉਂ ਕਰ ਰਹੀ ਆ, ਇਹਦੇ ਮੂਵਮੈਂਟ ਦਾ ਕਾਰਨ ਕੀ ਹੈ, ਤਾਂ ਉਸ ਸਟੱਡੀ ਨੂੰ, ਮੋਸ਼ਨ ਦੀ ਸਟੱਡੀ ਨੂੰ ਅਸੀਂ ਕੀ ਕਹਿੰਦੇ ਆ? ਕਾਈਨਾਮੈਟਿਕਸ। ਤੇ ਜੇਕਰ ਅਸੀਂ ਕੌਜ਼ ਵੀ ਨਾਲ ਦੇਖੀਏ ਫਿਰ ਉਹਨੂੰ ਕਹਿੰਦੇ ਆ ਅਸੀਂ डायनामिक्स। तो डायनामिक्स इज द स्टडी ऑफ द मोशन ऑफ ए बॉडी इफ द कॉज ऑफ मोशन इज टेकन इनटू कंसिडरेशन आल्सो। किसी बॉडी का मोशन कंसिडर करते हैं जिहड़ी एक स्ट्रेट लाइन च मूव करती है। सपोज करिए वो पहला ओ पॉइंट के उत्ते खड़ी आ रेस्ट ते, इत्थे सपोज कर लो कोई कार आ, वो इत्थे खड़ी आ। हुण वो कार मूव करना स्टार्ट करती आ ते ओ तो पी तक जाती आ। ओ तो पी तक गई तो उहदा पहला पॉइंट जो स्टार्टिंग है जिसनों असी x1 कह दांगे, ये साडा O हो गया, तो दूसरा पॉइंट साडा x2 इहनूं कह दांगे P। मतलब जिथों स्टार्ट किया वो साडी पहली पोजीशन, जिथे तक पहुंची P ते तां ओह साडी दूसरी पोजीशन। O तो P तक कितना डिस्टेंस कवर किया, कितना रास्ता कवर किया, वो असी कढ़ सकते हाँ x2 माइनस x1 करके। हुण x2 की वैल्यू है 360 तो x1 की वैल्यू है 0। इसका मतलब बॉडी ने 360 किलोमीटरस ट्रैवल किए। ਇਹਦਾ ਮਤਲਬ ਇਹ ਹੋਇਆ ਵੀ ਇਹ ਬੋਡੀ ਦੇ ਪਹਿਲੇ ਮੋਸ਼ਨ ਦੀ ਪਾਥ ਲੈਂਥ ਹੋ ਗਈ। ਸੋ ਇਹਨੂੰ ਅਸੀਂ ਕਹਾਂਗੇ ਪਾਥ ਲੈਂਥ। ਪਾਥ ਦਾ ਮਤਲਬ ਰਸਤਾ, ਲੈਂਥ ਦਾ ਮਤਲਬ ਲੰਬਾਈ। ਜਿੰਨਾ ਰਸਤਾ ਉਹਨੇ ਕਵਰ ਕੀਤਾ ਉਸ ਦੀ ਲੰਬਾਈ ਸਾਡੇ ਕੋਲ ਆ ਗਈ 360 ਕਿਲੋਮੀਟਰਸ। ਦੂਸਰਾ ਕੇਸ ਕੰਸੀਡਰ ਕਰੀਏ। ਸਪੋਜ਼ ਕਰੀਏ ਇਹ ਬੋਡੀ P ਤੋਂ ਵਾਪਸ Q ਤੇ ਆ ਗਈ। ਹੁਣ बॉडी P तो ਚੱਲੀ ਤੇ Q ਤੇ ਆ ਗਈ। ਇਹਦਾ ਮਤਲਬ ਹੁਣ ਇਹਦਾ P ਪੁਆਇੰਟ ਹੋ ਗਿਆ x1 ਤੇ Q ਪੁਆਇੰਟ ਹੋ ਗਿਆ x2 ਤੇ ਅਸੀਂ ਇਹਦਾ ਡਿਫਰੈਂਸ ਕੱਢੀਏ ਕਿੰਨਾ ਆਇਆ ਤੇ x2 ਮਾਈਨਸ x1 ਸਾਡੇ ਕੋਲੇ ਆ ਗਿਆ 360 ਮਾਈਨਸ 240 ਕਿੰਨਾ ਆ ਗਿਆ ਜੀ 0 2 1 120 किलोमीटर ਇਹ ਬੋਡੀ ਵਾਪਸ ਆ ਗਈ। टोटल पाथ लेंथ दोने मोशनस का की बनया? पहले मोशन दे विच O तो लैके P तक बॉडी गई सी, दूसरे मोशन दे विच P तो वापस कित्थे आ गई Q ते आ गई। इस दी टोटल पाथ लेंथ कढ़ीए दोने मोशनस दी तां पहले विच O to P टोटल 360 किलोमीटरस ते P to Q इट वाज 120 किलोमीटरस। सो टोटल पाथ लेंथ इज 08480 किलोमीटर्स। सो 480 किलोमीटर बॉडी चली। तो इनू कहांगे टोटल पाथ लेंथ। बेटे इनू असी डिस्टेंस कवर्ड भी कह दिंने आ। आओ हुण नैक्सट इंट्रस्टिंग टॉपिक ते चलीए जिन्हों असी डिसप्लेसमेंट कहने। सपोज कीता सी कि बॉडी ने दो मोशन किए। पहले मोशन दे विच वो O तो P ते गई तो दुबारे P तो लैके Q तक आ गई। डिसप्लेसमेंट की बनी? डिसप्लेसमेंट O तो P वाले पासे नूं तां राइट साइड वाल नूं है डिस्टेंस कवर किया, पर सैकेंड मोशन दे विच P तो Q लैफ्ट साइड वाल नूं डिस्टेंस ट्रैवल किया। ਇਹਦਾ मतलब ये होया कि जेकर असी डायरैक्शन देखिए तो O तो P वाले पासे साडी डिसप्लेसमेंट होगी 360 किलोमीटरस, पर जदों P तो Q ते बॉडी आई ये साडे कोले माइनस 120 किलोमीटर। माइनस क्यों आई? क्योंकि डायरैक्शन बॉडी ने चेंज कर ली।
ਦੀ ਮੋਸ਼ਨ ਆਫ ਦੀ ਬੋਡੀ ਇਨਵੋਲਵਸ ਦੀ ਚੇਂਜ ਇਨ ਡਾਇਰੈਕਸ਼ਨ। ਜੇਕਰ ਹੁਣ ਅਸੀਂ ਬੋਡੀ ਦੀ ਫਾਈਨਲ ਪੋਜੀਸ਼ਨ ਦੇਖੀਏ ਕਿੱਥੇ ਆ, ਤਾਂ ਇਹ ਸਬਟਰੈਕਟ ਕਰਕੇ ਆਏਗੀ 0 4 2। ਸੋ ਬੋਡੀ ਸਾਡੀ ਕਿੱਥੇ ਆ ਗਈ 240 ਕਿਲੋਮੀਟਰ ਤੇ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜੋ ਡਿਸਪਲੇਸਮੈਂਟ ਹੈ ਇਹ ਬੋਡੀ ਦੇ ਸਿਰਫ ਪਹਿਲੀ ਪੋਜੀਸ਼ਨ ਤੋਂ ਲੈ ਕੇ ਫਾਈਨਲ ਪੋਜੀਸ਼ਨ ਤੱਕ ਦਾ ਡਿਸਟੈਂਸ ਹੈ। ਇਹਨੂੰ ਅਸੀਂ ਹੁਣ ਸੌਖੇ ਸ਼ਬਦਾਂ ਵਿੱਚ ਸਮਝੀਏ। ਬੇਟੇ ਜਦੋਂ ਆਪਾਂ ਤੁਸੀਂ ਘਰੋਂ ਸਕੂਲ ਆਉਂਦੇ ਹੋ, ਸਪੋਜ਼ ਕਰੀਏ ਇਸ ਪੁਆਇੰਟ ਦੇ ਉੱਤੇ ਤੁਹਾਡਾ ਹੋਮ ਹੈ, ਤੁਹਾਡਾ ਹੋਮ ਇੱਥੇ ਹੈ, ਤੁਹਾਡਾ ਸਕੂਲ ਆ ਪੁਆਇੰਟ ਤੇ ਹੈ। ਇੱਥੋਂ ਜੋ ਸੜਕ ਜਾਂਦੀ ਆ ਪਹਿਲਾਂ ਇੱਧਰ ਨੂੰ ਜਾਂਦੀ ਆ, ਫਿਰ ਇੱਥੋਂ ਕੋਈ ਹੋਰ ਕ੍ਰੋਸ ਆ ਜਾਂਦਾ ਤਾਂ ਇੱਥੋਂ ਅਸੀਂ ਇੱਧਰ ਨੂੰ ਮੁੜ ਜਾਂਦੇ ਆ। ਇੱਥੇ ਕੋਈ ਹੋਰ ਗਲੀ ਆ ਜਾਂਦੀ ਹੈ, ਇੱਧਰ ਨੂੰ ਚਲੇ ਜਾਂਦੇ ਆ, ਫਿਰ ਇੱਧਰ ਨੂੰ ਚਲੇ ਜਾਂਦੇ ਆ, ਅਤੇ ਫਿਰ ਸੜਕ ਆ ਜਿਹੜੀ ਸਾਡੇ ਸਕੂਲ ਤੱਕ ਆਉਂਦੀ ਹੈ। ਸਪੋਜ਼ ਕਰੀਏ ਕਿ ਇੱਥੋਂ ਤੋਂ ਇੱਥੇ ਤੱਕ ਸਾਡੇ 1 ਕਿਲੋਮੀਟਰ ਡਿਸਟੈਂਸ ਸੀ, ਇੱਥੋਂ ਤੋਂ ਇੱਥੇ ਤੱਕ ਫਿਰ 1 ਕਿਲੋਮੀਟਰ ਸੀ, ਇੱਧਰ ਨੂੰ ਫਿਰ 1 ਕਿਲੋਮੀਟਰ ਸੀ, ਅਤੇ ਇੱਧਰਲੇ ਪਾਸੇ ਨੂੰ ਸਾਡਾ ਸਕੂਲ ਤੱਕ ਫਿਰ 2 ਕਿਲੋਮੀਟਰ ਡਿਸਟੈਂਸ ਸੀ। ਤਾਂ ਟੋਟਲ ਪਾਥ ਲੈਂਥ ਕਿੰਨੀ ਹੋਈ? ਸਾਰਿਆਂ ਨੂੰ ਜੋੜ ਦਾਂਗੇ, 1 + 1 + 1 + 2 5 ਕਿਲੋਮੀਟਰ। ਐਕਚੁਅਲ ਤਾਂ ਅਸੀਂ 5 ਕਿਲੋਮੀਟਰ ਤੁਰੇ ਅਤੇ ਅਸੀਂ ਸਕੂਲ ਪਹੁੰਚੇ, ਪਰ ਡਿਸਪਲੇਸਮੈਂਟ ਕੀ ਹੋਈ? ਡਿਸਪਲੇਸਮੈਂਟ ਇਜ਼ ਦੀ ਸ਼ਾਰਟੈਸਟ ਐਂਡ ਸਟਰੇਟ ਲਾਈਨ ਡਿਸਟੈਂਸ ਬਿਟਵੀਨ 2 ਪੁਆਇੰਟਸ। ਬਿਲਕੁਲ ਸਿੱਧਾ ਇੱਥੋਂ ਲੈ ਕੇ ਇੱਥੇ ਤੱਕ ਕਿੰਨਾ ਡਿਸਟੈਂਸ ਹੋਏਗਾ? ਤਾਂ ਸਪੋਜ਼ ਕਰੀਏ ਇਹ ਸਾਡੇ ਕੋਲੇ 3.2 ਕਿਲੋਮੀਟਰ ਬਣਿਆ, ਤਾਂ ਅਸੀਂ ਕਹਾਂਗੇ ਕਿ ਪਾਥ ਲੈਂਥ ਤਾਂ ਬਣ ਗਈ 5 ਕਿਲੋਮੀਟਰ, ਪਰ ਡਿਸਪਲੇਸਮੈਂਟ ਕਿੰਨੀ ਬਣੀ? 3.2 ਕਿਲੋਮੀਟਰ। ਹਮੇਸ਼ਾ ਹੀ ਡਿਸਪਲੇਸਮੈਂਟ ਡਿਸਟੈਂਸ ਤੋਂ ਛੋਟੀ ਹੁੰਦੀ ਹੈ। ਕਿਸੇ ਕੇਸ ਦੇ ਵਿੱਚ ਬਰਾਬਰ ਵੀ ਹੋ ਸਕਦੀ ਆ, ਜੇਕਰ ਸਾਡੀ ਲਾਈਨ ਬਿਲਕੁਲ ਪਹਿਲਾਂ ਹੀ ਸਿੱਧੀ ਹੋਵੇ, ਸੜਕ ਬਿਲਕੁਲ ਹੀ ਸਿੱਧੀ ਆ, ਤਾਂ ਡਿਸਪਲੇਸਮੈਂਟ ਅਤੇ ਡਿਸਟੈਂਸ ਜਾਂ ਪਾਥ ਲੈਂਥ ਬਰਾਬਰ ਹੋ ਸਕਦੀਆਂ। ਪਰ ਆਮ ਕੇਸਿਸ ਦੇ ਵਿੱਚ ਡਿਸਪਲੇਸਮੈਂਟ ਹਮੇਸ਼ਾ ਛੋਟੀ ਹੁੰਦੀ ਹੈ। ਸੋ ਡਿਸਪਲੇਸਮੈਂਟ ਡਾਇਰੈਕਸ਼ਨ ਡਿਪੈਂਡੈਂਟ ਹੈ, ਡਾਇਰੈਕਸ਼ਨ ਦੇ ਨਾਲ ਡਿਸਪਲੇਸਮੈਂਟ 'ਤੇ ਅਸਰ ਪੈਂਦਾ ਹੈ। ਇਸੇ ਲਈ ਇਸ ਨੂੰ ਅਸੀਂ ਵੈਕਟਰ ਕੁਆਂਟਿਟੀ ਕਹਿੰਦੇ ਹਾਂ, ਜਿਹੜਾ ਆਪਾਂ ਅਗਲੇ ਚੈਪਟਰ ਦੇ ਵਿੱਚ ਜਾ ਕੇ ਪੜ੍ਹਾਂਗੇ। ਪਰ ਪਾਥ ਲੈਂਥ ਜਾਂ ਡਿਸਟੈਂਸ ਸਾਡਾ ਸਕੇਲਰ ਕੁਆਂਟਿਟੀ ਆ, ਡਾਇਰੈਕਸ਼ਨ 'ਤੇ ਡਿਪੈਂਡ ਨਹੀਂ ਕਰਦੀ। ਆਓ ਹੁਣ ਦੇਖੀਏ ਕਿ ਜੇਕਰ ਕਾਰ ਓਰੀਜਨ ਤੋਂ ਲੈਫਟ ਸਾਈਡ ਵਾਲੇ ਪਾਸੇ ਨੂੰ ਜਾਣ ਲੱਗਦੀ ਹੈ ਅਤੇ ਆਰ ਪੁਆਇੰਟ 'ਤੇ ਪਹੁੰਚ ਜਾਂਦੀ ਹੈ, ਭਾਵ O ਤੋਂ R ਤੱਕ ਪਹੁੰਚਦੀ ਹੈ, ਤਾਂ ਇੱਥੇ ਸਾਡਾ X1 ਜੋ ਹੈ ਪਹਿਲੀ ਪੋਜੀਸ਼ਨ O ਵੀ ਹੋ ਗਈ ਅਤੇ ਸੈਕਿੰਡ ਪੋਜੀਸ਼ਨ X2 ਹੋ ਗਈ। ਤਾਂ ਇੱਥੇ ਜੇਕਰ ਅਸੀਂ ਹੁਣ ਪਾਥ ਲੈਂਥ ਦੀ ਗੱਲ ਕਰੀਏ ਤਾਂ ਪਾਥ ਲੈਂਥ ਸਾਡੇ ਕੋਲੇ ਰਿਗਾਰਡਲੈਸ ਆਫ ਦਿਸ ਨੈਗੇਟਿਵ ਸਾਈਨ -120 -0, ਪਰ ਇਹ ਸਾਡੇ ਕੋਲੇ 120 ਕਿਲੋਮੀਟਰ ਹੀ ਆਵੇਗਾ। ਪਰ ਕਿਉਂਕਿ ਅਸੀਂ ਪਾਥ ਲੈਂਥ ਦੇ ਵਿੱਚ ਡਾਇਰੈਕਸ਼ਨ ਨੂੰ ਕੰਸੀਡਰ ਨਹੀਂ ਕਰਦੇ। ਪਰ ਜੇਕਰ ਅਸੀਂ ਡਿਸਪਲੇਸਮੈਂਟ ਦੀ ਗੱਲ ਕਰਦੇ ਹਾਂ ਤਾਂ ਡਿਸਪਲੇਸਮੈਂਟ ਕਿੰਨੀ ਹੋਏਗੀ? ਡਿਸਪਲੇਸਮੈਂਟ ਵਿਲ ਬੀ -120 -0 = -120 ਕਿਲੋਮੀਟਰ। ਇੱਕ ਹੋਰ ਕੇਸ ਕੰਸੀਡਰ ਕਰੀਏ, ਜੇਕਰ ਬੋਡੀ ਪਹਿਲਾਂ O ਤੋਂ Q ਤੱਕ ਜਾਂਦੀ ਆ, ਫਿਰ Q ਤੋਂ ਮੁੜ ਕੇ ਵਾਪਸ R 'ਤੇ ਆਉਂਦੀ ਆ। ਹੁਣ ਦੇਖੀਏ ਸਾਡੀ ਡਿਸਪਲੇਸਮੈਂਟ ਕਿੰਨੀ ਬਣਦੀ ਆ। ਇਸ ਕੇਸ ਦੇ ਵਿੱਚ ਪਾਥ ਲੈਂਥ ਤਾਂ ਬਣੇਗੀ 0 to 240। ਸੋ ਪਾਥ ਲੈਂਥ ਕਿੰਨੀ ਬਣੇਗੀ? 240 ਪਲੱਸ ਵਾਪਸ ਆਈ 240 ਇੱਥੇ ਤੱਕ, ਅਗੇਨ ਪਲੱਸ 120। ਸੋ ਇਹ ਕਿੰਨੀ ਆ ਗਈ? 0
0 600 किलोमीटर्स। बट what about displacement? डिसप्लेसमेंट ਦੇ ਸਿਰਫ ਬੋਡੀ ਦੇ ਪਹਿਲਾ ਪੁਆਇੰਟ ਤੇ ਲਾਸਟ ਪੁਆਇੰਟ ਦੇ ਵਿਚਲਾ ਡਿਸਟੈਂਸ ਦੇਖਿਆ ਜਾਣਾ ਹੈ। ਭਾਵ ਬੋਡੀ ਸਟਾਰਟ ਕੀਤੀ ਸੀ 0 ਤੋਂ ਤੇ ਐਂਡ ਕਿੱਥੇ ਕੀਤੀ R ਤੇ। ਇਹਦਾ ਮਤਲਬ ਬੋਡੀ ਦੀ ਡਿਸਪਲੇਸਮੈਂਟ ਸਟਿਲ ਸਾਡੇ ਕੋਲੇ 120 ਹੀ ਰਹੇਗੀ। ਤੋ ਇਨੀਸ਼ੀਅਲ ਪੁਆਇੰਟ ਸਾਡਾ ਕੀ ਸੀ 0, ਫਾਈਨਲ ਪੁਆਇੰਟ 120। ਸੋ ਡਿਸਪਲੇਸਮੈਂਟ ਇਜ਼ ਅਗੇਨ 120 ਕਿਲੋਮੀਟਰ। ਸੋ ਇਸ ਕੇਸ ਦੇ ਵਿੱਚ ਤੇ ਇਸ ਕੇਸ ਦੇ ਵਿੱਚ ਦੋਨਾਂ ਤੋਂ ਤੁਹਾਨੂੰ ਇਹ ਕਲੀਅਰ ਹੋਇਆ ਕਿ ਡਿਸਪਲੇਸਮੈਂਟ ਤੇ ਡਿਸਟੈਂਸ ਦੇ ਵਿੱਚ ਕੀ ਫਰਕ ਹੈ। ਮੋਸ਼ਨ ਤਾਂ ਅਸੀਂ ਪੜ੍ਹ ਲਿਆ ਵੀ ਸਟ੍ਰੇਟ ਲਾਈਨ ਦੇ ਵਿੱਚ ਮੋਸ਼ਨ ਕਿਵੇਂ ਬੋਡੀ ਕਰਦੀ ਆ, ਪਰ ਕੋਈ ਬੋਡੀ ਕਿੰਨਾ ਫਾਸਟ ਚੱਲਦੀ ਹੈ, ਕਿੰਨਾ ਸਲੋ ਚੱਲਦੀ ਹੈ, ਇਹ ਅਸੀਂ ਹਜੇ ਨਹੀਂ ਪੜ੍ਹਿਆ। ਸੋ ਜੇਕਰ ਇੱਕ ਬੋਡੀ ਲਗਾਤਾਰ ਡਿਸਟੈਂਸ ਕਵਰ ਕਰ ਰਹੀ ਹੈ ਤੇ ਐਕਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੀ ਹੈ, ਬੋਡੀ ਕਵਰਸ equal displacements in equal intervals of time। मतलब कहने का की होया, जेकर आ साडा एक्स एक्सिस है जिस दे उत्ते बॉडी मूव कर रही है, इधरले पासे नूं बॉडी मूव कर रही है, असी इत्थे पॉइंट्स चूज कर लीए 0 1 2 3 4 5 6 7 8 9 ਤੇ ਨਾਲ ਦੀ ਨਾਲ ਸਾਡਾ ਟਾਈਮ ਵੀ ਚੱਲ ਰਿਹਾ ਹੈ, ਘੜੀ ਵੀ ਸਾਡੀ ਨਾਲ ਦੀ ਨਾਲ ਚੱਲ ਰਹੀ ਆ। ਤੇ ਇੱਥੇ ਸਾਡਾ ਓਰੀਜਨ ਹੈ, ਇਹਦਾ ਮਤਲਬ ਇਹ ਕਿਹੜਾ ਐਕਸਿਸ ਕਵਾਂਗੇ, ਇਹਨੂੰ ਫਰੇਮ ਆਫ ਰੈਫਰੈਂਸ ਕਵਾਂਗੇ। ਚਾਹੇ ਇਹਦੇ ਵਿੱਚ ਇੱਕੋ ਹੀ ਐਕਸਿਸ ਆ, ਪਰ ਜੇਕਰ ਕੋਆਰਡੀਨੇਟ ਐਕਸਿਸ ਪਲੱਸ ਟਾਈਮ ਤੁਸੀਂ ਦੇਖਦੇ ਹੋ ਦੈਨ ਇਟ ਇਜ਼ ਏ ਫਰੇਮ ਆਫ ਰੈਫਰੈਂਸ। ਓਕੇ, ਹੁਣ ਸਪੋਜ਼ ਕਰੀਏ 0 ਤੋਂ 10 ਸੈਕਿੰਡ ਦੇ ਵਿੱਚ ਬੋਡੀ ਨੇ 2 ਕਿਲੋਮੀਟਰ ਟਰੈਵਲ ਕੀਤਾ, ਮਤਲਬ ਇੱਥੋਂ ਤੋਂ ਲੈ ਕੇ ਇੱਥੇ ਤੱਕ ਆ ਗਈ। ਉਦੋਂ ਬਾਅਦ 10 ਸਕਿੰਟ ਤੋਂ ਲੈ ਕੇ 20 ਸੈਕਿੰਡ ਤੱਕ ਫਿਰ 2 ਕਿਲੋਮੀਟਰ ਮਤਲਬ 4 ਕਿਲੋਮੀਟਰ ਤੇ ਆ ਗਈ। 2 ਕਿਲੋਮੀਟਰ ਅਗੇਨ ਟਰੈਵਲ ਕੀਤਾ। ਉਸ ਤੋਂ ਅਗਲੇ 10 ਸੈਕਿੰਡ ਦੇ ਵਿੱਚ ਫਿਰ 2 ਕਿਲੋਮੀਟਰ ਟਰੈਵਲ ਕੀਤਾ, ਮਤਲਬ ਕਿ 6 ਕਿਲੋਮੀਟਰ ਤੇ ਆ ਗਈ। ਕਹਿਣ ਦਾ ਭਾਵ ਇਹ ਹੋਇਆ ਵੀ ਬਰਾਬਰ ਦੇ ਟਾਈਮ ਇੰਟਰਵਲਸ ਦੇ ਵਿੱਚ ਹਰ 10 ਸੈਕਿੰਡ ਦੇ ਵਿੱਚ, ਹਰੇਕ 10 ਸੈਕਿੰਡ ਦੇ ਵਿੱਚ 2-2 ਕਿਲੋਮੀਟਰ ਡਿਸਟੈਂਸ ਟਰੈਵਲ ਕਰ ਰਹੀ ਆ ਬੋਡੀ। ਤਾਂ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਵੀ ਬੋਡੀ is taking equal displacements in equal intervals of time। ਇਹਨੂੰ ਅਸੀਂ ਮੋਸ਼ਨ ਨੂੰ, ਇਦਾਂ ਦੇ ਮੋਸ਼ਨ ਨੂੰ ਕਹਿੰਦੇ ਆ ਯੂਨੀਫਾਰਮ ਮੋਸ਼ਨ। ਤੇ ਜੇਕਰ ਡਿਸਪਲੇਸਮੈਂਟਸ ਦੀ ਮੈਗਨੀਟਿਊਡ ਅਲੱਗ-ਅਲੱਗ ਹੋਵੇ ਫਿਰ ਅਸੀਂ ਉਹਨੂੰ ਨੌਨ ਯੂਨੀਫਾਰਮ ਮੋਸ਼ਨ ਕਹਿ ਦਾਂਗੇ। ਤਾਂ ਹੁਣ ਅਸੀਂ ਦੇਖੀਏ ਵੀ ਯੂਨੀਫਾਰਮ ਮੋਸ਼ਨ ਦੇ ਵਿੱਚ ਬੋਡੀਜ਼ ਦਾ ਗ੍ਰਾਫ ਕਿੱਦਾਂ ਦਾ ਆਏਗਾ। ਜੇਕਰ ਇਸ ਬੋਡੀ ਦਾ ਅਸੀਂ ਗ੍ਰਾਫ ਡਰਾਅ ਕਰੀਏ, ਪੋਜੀਸ਼ਨ ਟਾਈਮ ਗ੍ਰਾਫ, ਸਪੋਜ਼ ਕਰੀਏ ਇੱਧਰਲੇ ਪਾਸੇ ਨੂੰ ਸਾਡਾ ਟਾਈਮ ਚੱਲਦਾ ਹੈ, ਐਕਸ ਐਕਸਿਸ ਵਾਲੇ ਪਾਸੇ ਨੂੰ ਇੱਥੇ ਓਰੀਜਨ ਆ, ਤੇ ਵਾਈ ਐਕਸਿਸ ਵਾਲੇ ਪਾਸੇ ਨੂੰ ਸਾਡਾ ਪੋਜੀਸ਼ਨ ਆਫ ਦੀ ਬੋਡੀ ਜੋ ਹੈ ਐਕਸ ਵਾਲੇ ਪਾਸੇ ਨੂੰ ਅਸੀਂ ਉਹ ਦੇਖ ਰਹੇ ਹਾਂ। ਹੁਣ ਐਸੇ ਕੇਸ ਦਾ ਜੇ ਗ੍ਰਾਫ ਡਰਾ ਕਰਨਾ ਹੋਵੇ ਤਾਂ ਇਹ ਸਾਡੇ ਕੋਲ ਇੱਕ ਸਟ੍ਰੇਟ ਲਾਈਨ ਇੱਦਾਂ ਦੀ ਆਏਗੀ, ਕਿਉਂਕਿ ਬੋਡੀ ਇਕੁਅਲ ਇੰਟਰਵਲਸ ਦੇ ਵਿੱਚ ਇਕੁਅਲ ਡਿਸਪਲੇਸਮੈਂਟਸ ਲੈ ਰਹੀ ਆ। ਤੋ ਇੱਦਾਂ ਦੀ ਜੋ ਲਾਈਨ ਆਏਗੀ ਇਹਨੂੰ ਅਸੀਂ ਕਹਾਂਗੇ ਯੂਨੀਫਾਰਮ ਮੋਸ਼ਨ। ਜੇਕਰ ਕੋਈ ਬੋਡੀ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਰੋਕੀ ਜਾਂਦੀ ਆ, ਖੜੀ ਹੋਈ ਆ, ਮੰਨ ਲਓ ਆਹ ਸਾਡਾ ਗ੍ਰਾਫ ਆ, ਇੱਧਰ ਨੂੰ ਟਾਈਮ ਐਕਸਿਸ ਆ, ਐਕਸ ਐਕਸਿਸ, ਇੱਧਰਲੇ ਪਾਸੇ ਨੂੰ ਸਾਡੀ ਵਾਈ ਐਕਸਿਸ ਵਾਲੇ ਪਾਸੇ ਨੂੰ ਡਿਸਪਲੇਸਮੈਂਟ ਆ। ਤੇ ਇੱਥੇ 10 ਇਹ ਮੀਟਰ ਦੇ ਵਿੱਚ ਆ ਜੇ,
10 20 30 40 इधरले पासे नूं साडे सैकंड्स दिते गए ने 10 20 30 40 50 जेकर बॉडी ओरिजिन तो 20 मीटर दूरी ते खड़ी हुई आ चल नहीं रही तो वह ग्राफ साडे कोले इदां दा आएगा स्ट्रेट लाइन। तो ये भी एक स्ट्रेट लाइन है। तो जिथे भी बॉडी की ग्राफ जो पोजीशन टाइम ग्राफ है वो स्ट्रेट लाइन आवे सीधी रेखा आवे वो यूनीफॉर्म मोशन नूं रिप्रजेंट करता। सो यही पछाण आ जेकर सानूं सीधा ग्राफ दिता होवे मान लो कोई क्वेश्चन पूछा जाता कि इस ग्राफ नूं देख के दसो कि बॉडी दा मोशन किस तरीके का है तो असीं ये कहांगे बिकॉज दी इट इज़ अ स्ट्रेट लाइन मोशन ग्राफ। सो इसका मतलब यह यूनीफॉर्म मोशन नूं रिप्रजेंट करता है। इत्थे भी स्ट्रेट लाइन है ये भी यूनीफॉर्म मोशन नूं रिप्रजेंट करता है। आओ हुण देखिए एवरेज वेलोसिटी ते एवरेज स्पीड की हुंदियां हन। इस नूं समझण दे लई बड़ी अच्छी तरह समझण दे लई एक ग्राफ बनाया गया है कि यह एक ग्राफ है कार दा पोजीशन टाइम ग्राफ है। मतलब एक कार पहला खड़ी सी और फिर वो चलना शुरू करती है तो अपनी मैक्सीमम स्पीड है जी अटेन करती है। देखिए इधरले पासे नूं एक्स एक्सिस के उत्ते साढ़े 2 4 6 8 ये टाइम लिखा गया है सैकंड्स दे विच। मतलब टाइम साडा सैकंड दे विच चल रहा है ज्यों ज्यों कार स्पीड गेन करती है। इधरले पासे नूं वाई एक्सिस के उत्ते साडे कोले डिस्टेंस है मीटर्स दे विच। सो रैड लाइन जो है ये कार दे ग्राफ नूं शो करती है। बड़े ध्यान नाल देखिए 0 तो लैके 10 सैकंड के टाइम इंटरवल दे विच 0 तो 10 तक कार अपनी स्पीड नूं इनक्रीज़ कर रही है तो 10 सैकंड तो बाद 18 सैकंड तक ये ग्राफ साडा मोर और लैस ये स्ट्रेट लाइन शो हो रहा। सो इस पॉइंट तक ग्राफ स्ट्रेट लाइन आ तो कार यूनीफॉर्म स्पीड। सो इत्थे यूनीफॉर्म मोशन साडा आएगा 10 सैकंड तो लैके 18 सैकंड तक। उस तो बाद 18 सैकंड तो लैके 20 सैकंड के दरम्यान कार जो है ब्रेक लगाउंदी है अते उस तो बाद लगभग 20 सैकंड तो बाद कार रैसट ते हो जाती है क्योंकि वो स्पीड हुण डिस्टेंस मूव होणों बंद हो गया ग्राफ उपर नूं जाना हट गया। सो इस ग्राफ दे विच 4 पोर्शन आए हैं। एक बारी फिर ध्यान नाल देखिए 0 तो लैके 10 सैकंड तक कार अपनी स्पीड नूं इनक्रीज़ कर रही है। इस मोशन नूं असीं नैक्सट सैशन च पढ़ांगे जिसनूं असीं एक्सलरेटेड मोशन कहते हैं। मतलब स्पीड इनक्रीज़ हो रही है। उस तो बाद यूनीफॉर्म मोशन आ गया लगातार स्पीड इनक्रीज़ हो रही है। उस तो बाद रिटार्डेशन मतलब नैगेटिव एक्सलेशन ब्रेक सप्लाई होए ने तो उस तो बाद कार आ जिहड़ी ओह रैसट ते आ गई। सो हुण इहदे विच असीं जेकर 2 पॉइंट्स की गल करिए तो एवरेज वेलोसिटी की गल करिए तो एवरेज वेलोसिटी की है बिटवीन 2 पॉइंट्स दी डिस्टेंस कवर्ड पर यूनिट इंटरवल ऑफ टाइम। मतलब जेकर असीं इस ग्राफ दे विचों पहले 7 सैकेंड्स का इत्थे तक 7 या 8 सैकंड का ग्राफ नूं वड्डा कर लीए। वड्डा करया होया ग्राफ असीं इधर बनाउणे आ। सो सिर्फ इन्ने पोर्शन नूं असीं पंप अप कर लिया वड्डा ग्राफ बना लिया तो असीं की देखते हैं बई 0 तो लैके 7 सैकंड तक 8 सैकंड तक यह ग्राफ शो हो रहा जिहदे विच बॉडी ने 7 सैकंड तक 27.4 डिस्टेंस के उत्ते बॉडी खड़ी है। जेकर असीं हुण इसकी एवरेज वेलोसिटी फाइंड करनी होवे एवरेज वेलोसिटी विच इज़ डिफाइंड एज द रेशो ऑफ डिसप्लेसमेंट कवर्ड
between 2 points for a time interval during which this displacement is covered। ਹੁਣ ਇਹਨੂੰ ਮੈਥੇਮੈਟੀਕਲੀ ਜੇ ਲਿਖਣਾ ਹੋਵੇ, ਸਪੋਜ਼ ਕਰੀਏ ਸਾਡੇ ਕੋਲ P2 ਪੁਆਇੰਟ ਤੇ P1 ਪੁਆਇੰਟ ਦੇ ਦਰਮਿਆਨ ਅਸੀਂ ਐਵਰੇਜ ਵੈਲੋਸਿਟੀ ਫਾਈਂਡ ਕਰਨੀ ਹੈ, ਤਾਂ ਅਸੀਂ ਐਵਰੇਜ ਵੈਲੋਸਿਟੀ ਨੂੰ ਲਿਖਾਂਗੇ V ਬਾਰ। ਬਾਰ ਇਜ਼ ਏ symbol which is usually used to denote average of a quantity। ਸੋ ਇਸ ਕਰਕੇ ਅਸੀਂ V ਦੇ ਉੱਤੇ ਬਾਰ ਪਾ ਦਿੰਦੇ ਆ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਐਵਰੇਜ ਵੈਲੋਸਿਟੀ ਨੂੰ ਦਰਸਾ ਰਿਹਾ। ਇਹਨੂੰ ਅਸੀਂ V ਇਹਦੇ ਪੈਰ 'ਚ AV ਵੀ ਲਿਖ ਸਕਦੇ ਹਾਂ ਤਾਂ ਕਿ ਸਾਨੂੰ ਇੱਥੋਂ ਵੀ ਅਸੀਂ ਕਲੀਅਰ ਹੋ ਸਕਦਾ ਵੀ ਇਹ ਐਵਰੇਜ ਵੈਲੋਸਿਟੀ ਹੈ। ਸੋ ਇਟ ਇਜ਼ x2 ਮਾਈਨਸ x1 ਅਪੋਨ T2 ਮਾਈਨਸ T1। ਆਓ ਹੁਣ ਇਸ ਡਾਟੇ ਤੋਂ ਇਸ ਬੋਡੀ ਦਾ, ਇਸ ਕਾਰ ਦਾ ਜੋ ਕਿ ਚੱਲ ਰਹੀ ਹੈ, ਸੋ ਬਿਟਵੀਨ ਟਾਈਮ ਇੰਟਰਵਲ 5 ਸੈਕਿੰਡ ਤੇ 7 ਸੈਕਿੰਡ ਇਸ ਦੇ ਦਰਮਿਆਨ ਇਸ ਦੀ ਵੈਲੋਸਿਟੀ ਫਾਈਂਡ ਕਰੀਏ। ਤੋ x2 ਦੀ ਵੈਲਿਊ ਕੱਢਾਂਗੇ। x2 ਸਾਡਾ ਕਿੰਨਾ ਹੈ ਜੀ? x2 ਇਜ਼ 27.4। ਸੋ 27.4। x1 ਦੇਖੀਏ ਗ੍ਰਾਫ ਤੋਂ, x1 is 10 meters। ਸੋ 27.4 ਇਹ ਵੀ ਮੀਟਰ ਦੇ ਵਿੱਚ ਹੈ। ਤੋ ਟਾਈਮ T2 is 7 seconds, T1 is 5 seconds। ਤੋ ਇਹਨੂੰ ਅਸੀਂ ਹੁਣ ਇਸ ਫਾਰਮੂਲੇ 'ਚ ਪੁੱਟ ਕਰੀਏ ਤਾਂ ਦੇਖੀਏ ਸਾਡੀ ਐਵਰੇਜ ਵੈਲੋਸਿਟੀ ਕਿੰਨੀ ਆ ਰਹੀ ਹੈ। 27.4 ਮਾਈਨਸ 10 meters divided by 7 minus 5 seconds। So it turns out to be 17.4 meters upon 2 seconds। So it is 8.7 meter per second। So ਇਸ ਤਰ੍ਹਾਂ ਅਸੀਂ ਐਵਰੇਜ ਵੈਲੋਸਿਟੀ ਇਸ ਕਾਰ ਦੀ ਫਾਈਂਡ ਕਰ ਲੈਂਦੇ ਹਾਂ। ਹੁਣ ਜੇਕਰ ਅਸੀਂ ਐਵਰੇਜ ਵੈਲੋਸਿਟੀ ਦੀ ਜਗ੍ਹਾ ਦੇ ਉੱਤੇ ਐਵਰੇਜ ਸਪੀਡ ਦੀ ਗੱਲ ਕਰੀਏ ਤਾਂ ਸਪੀਡ ਤੇ ਵੈਲੋਸਿਟੀ ਦੇ ਵਿੱਚ ਸਿਰਫ ਇੰਨਾ ਹੀ ਫਰਕ ਆ ਵੀ ਵੈਲੋਸਿਟੀ ਇਜ਼ ਡਾਇਰੈਕਸ਼ਨ ਡਿਪੈਂਡੈਂਟ ਬਟ ਸਪੀਡ ਇਜ਼ ਨਾਟ ਡਾਇਰੈਕਸ਼ਨ ਡਿਪੈਂਡੈਂਟ। ਵੈਲੋਸਿਟੀ ਦਾ ਫਾਰਮੂਲੇ ਦੇ ਵਿੱਚ ਅਸੀਂ ਇੱਥੇ ਡਿਸਪਲੇਸਮੈਂਟ ਵਰਡ ਯੂਜ਼ ਕੀਤਾ, ਇਹ ਵੀ ਵੈਕਟਰ ਕੁਆਂਟੀਟੀ ਹੈ। ਪਰ ਜੇ ਐਵਰੇਜ ਵੈਲੋਸਿਟੀ ਦੀ ਸਪੀਡ ਦੀ ਗੱਲ ਕਰੀਏ, ਐਵਰੇਜ ਸਪੀਡ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ ਡਿਸਟੈਂਸ ਕਵਰਡ ਆਏਗਾ ਪਰ ਯੂਨਿਟ ਟਾਈਮ ਇੰਟਰਵਲ। ਹੁਣ ਜੇਕਰ ਧਿਆਨ ਨਾਲ ਦੇਖੀਏ ਤਾਂ ਜੋ ਅਸੀਂ ਇਹ ਮੈਥੇਮੈਟੀਕਲ ਕੈਲਕੂਲੇਸ਼ਨ ਕੀਤੀ ਹੈ ਤੇ ਗ੍ਰਾਫ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਸਲੋਪ ਆਫ ਦੀ ਗ੍ਰਾਫ ਬਿਟਵੀਨ ਪੁਆਇੰਟਸ P2 ਐਂਡ P1, ਇਸ ਚੀਜ਼ ਨੂੰ ਅਸੀਂ ਜੋ ਫਾਈਂਡ ਕੀਤਾ ਇਹਨੂੰ ਕਹਿੰਦੇ ਆ ਸਲੋਪ ਆਫ ਦੀ ਗ੍ਰਾਫ। ਸਲੋਪ ਦਾ ਫਾਰਮੂਲਾ ਵੀ ਕੀ ਹੁੰਦਾ? ਇੱਧਰਲਾ ਡਿਸਟੈਂਸ ਬਟੇ ਇੱਧਰਲਾ ਡਿਸਟੈਂਸ। ਧਿਆਨ ਨਾਲ ਦੇਖੀਏ ਤਾਂ ਆਹ ਵਾਲਾ ਡਿਸਟੈਂਸ ਜੋ ਹੈ ਇਹੀ ਅਸੀਂ ਕੈਲਕੂਲੇਟ ਕੀਤਾ 27.4 ਮਾਈਨਸ 10 ਕਿਉਂਕਿ ਇੰਨਾ ਡਿਸਟੈਂਸ ਸਾਡਾ 27.4 ਹੈ ਤੇ ਆਹ ਵਾਲਾ ਡਿਸਟੈਂਸ ਸਾਡਾ 10 ਹੈ। ਸੋ ਇਟ ਵਾਜ਼ 17.4 ਮੀਟਰ। ਇੱਧਰਲੇ ਪਾਸੇ ਨੂੰ ਕਿੰਨਾ ਸੀ? ਇਹ ਸਾਡਾ 2 ਸੈਕਿੰਡ। 7 ਦੇ ਵਿੱਚੋਂ 5 ਘਟਾਏ 2 ਸੈਕਿੰਡ। ਸੋ ਜੇਕਰ ਆਹ ਵਾਲੀ ਸਾਈਡ ਨੂੰ ਇਹਦੇ ਨਾਲ ਡਿਵਾਈਡ ਕਰੀਏ ਤਾਂ ਇਟ ਇਜ਼ ਦੀ ਸਲੋਪ ਆਫ ਦੀ ਗ੍ਰਾਫ ਬਿਟਵੀਨ 2 ਪੁਆਇੰਟਸ P1 ਐਂਡ P2। ਇਹਦਾ ਮਤਲਬ ਜੇਕਰ ਸਾਨੂੰ ਕਿਸੇ ਬਾਡੀ ਦੇ ਮੋਸ਼ਨ ਦਾ ਗ੍ਰਾਫ ਪਤਾ ਹੋਵੇ ਤੇ ਉਸ ਗ੍ਰਾਫ ਦਾ ਅਸੀਂ ਕਿਸੇ ਦੋ ਪੁਆਇੰਟਸ ਦੇ ਵਿੱਚ ਸਲੋਪ ਕੱਢ ਲਈਏ ਤਾਂ ਸਾਨੂੰ ਕੀ ਮਿਲੇਗਾ? ਵੀ ਵਿਲ ਬੀ ਗੈਟਿੰਗ ਦੀ ਐਵਰੇਜ ਵੈਲੋਸਿਟੀ ਬਿਟਵੀਨ ਦੋਜ਼ ਪੁਆਇੰਟਸ। ਸੋ ਹੁਣ ਜੋ ਐਵਰੇਜ ਵੈਲੋਸਿਟੀ ਹੈ ਉਹ ਬੇਟੇ ਪੋਜ਼ਿਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ ਤੇ ਜ਼ੀਰੋ ਵੀ ਹੋ ਸਕਦੀ ਹੈ। ਜਿਵੇਂ ਐਗਜ਼ਾਮਪਲ ਆਪਾਂ ਇੱਕ ਛੋਟੀ ਜਿਹੀ ਦੇਖਦੇ ਹਾਂ। ਜੇਕਰ ਇੱਕ ਬੋਡੀ ਸਰਕਲ ਦੇ ਵਿੱਚ ਘੁੰਮ ਰਹੀ ਹੈ, ਇੱਥੇ ਵਾਪਸ ਫੇਰ ਆ ਗਈ, ਇਸ ਪੁਆਇੰਟ ਤੋਂ ਚੱਲੀ ਸੀ ਤੇ ਘੁੰਮ ਕੇ ਦੁਬਾਰੇ ਫੇਰ ਇੱਥੇ ਹੀ ਆ ਗਈ, ਤਾਂ ਇਹਦੀ ਡਿਸਪਲੇਸਮੈਂਟ ਕਿੰਨੀ ਹੋ ਗਈ?
0, क्योंकि ਜਿਹੜਾ ਇਨੀਸ਼ੀਅਲ ਪੁਆਇੰਟ ਸੀ ਉਹੀ ਫਾਈਨਲ ਪੁਆਇੰਟ ਆ, ਦੋਨਾਂ ਨੂੰ ਸਬਟਰੈਕਟ ਕੀਤਾ ਤਾਂ ਆਨਸਰ ਕਿੰਨਾ ਆ ਗਿਆ 0। ਤਾਂ ਇੱਦਾਂ ਦੀ ਬੋਡੀ ਦੀ ਜਿਹੜੀ ਵੈਲੋਸਿਟੀ ਹੋਏਗੀ ਇਟ ਵਿਲ ਬੀ 0। ਪਰ ਇਹ ਜੇ ਐਵਰੇਜ ਸਪੀਡ ਦੀ ਗੱਲ ਕਰੀਏ, ਇੱਥੇ ਇਹਦਾ ਜੋ ਡਿਸਟੈਂਸ ਕਵਰਡ ਆਏਗਾ ਇੱਕ ਰੋਟੇਸ਼ਨ ਦਾ ਉਹ ਆਏਗਾ 2πr, ਕਿਉਂਕਿ ਸਰਕਮਫਰੈਂਸ ਆ ਸਰਕਲ ਦਾ, ਸੋ ਇੰਨਾ ਡਿਸਟੈਂਸ ਕਵਰ ਹੋ ਗਿਆ। ਜਿੰਨੇ ਟਾਈਮ ਚ ਆਏਗਾ ਉਹਨੂੰ ਤੁਸੀਂ ਡਿਵਾਈਡ ਕਰ ਦਿਓ, ਦੈਨ ਯੂ ਵਿਲ ਗੈਟ ਦੀ ਐਵਰੇਜ ਸਪੀਡ ਆਫ ਦਿਸ ਬੋਡੀ ਰੋਟੇਟਿੰਗ ਇਨ ਦਿਸ ਸਰਕਲ। ਨੈਗੇਟਿਵ ਦੀ ਗੱਲ ਕਰੀਏ, ਜਿਵੇਂ ਆਪਾਂ ਹੁਣ ਤੋਂ ਪਹਿਲਾਂ ਵਾਲੀ ਐਗਜ਼ਾਮਪਲ ਦੇ ਵਿੱਚ ਗੱਲ ਕੀਤੀ ਸੀ, ਇੱਥੇ ਸਾਡਾ ਓਰੀਜਨ ਆ, ਜੇਕਰ ਬੋਡੀ ਦੀ ਡਿਸਪਲੇਸਮੈਂਟ ਨੈਗੇਟਿਵ ਹੈ, ਇਫ ਦੀ ਡਿਸਪਲੇਸਮੈਂਟ ਇਜ਼ ਨੈਗੇਟਿਵ ਦੈਨ ਦੀ ਐਵਰੇਜ ਵੈਲੋਸਿਟੀ ਵਿਲ ਆਲਸੋ ਬੀ ਨੈਗੇਟਿਵ। ਹੁਣ ਇਹਨਾਂ ਦੇ ਗ੍ਰਾਫ ਕਿੱਦਾਂ ਦੇ ਬਣਨਗੇ? ਪੋਜ਼ਿਟਿਵ ਐਵਰੇਜ ਵੈਲੋਸਿਟੀ ਦਾ ਗ੍ਰਾਫ ਇੱਦਾਂ ਦਾ ਹੋਏਗਾ, ਤੇ ਜੇਕਰ ਆਹ ਗ੍ਰਾਫ ਦੀ ਗੱਲ ਕਰੀਏ, ਇੱਥੇ ਡਿਸਪਲੇਸਮੈਂਟ ਨੈਗੇਟਿਵ ਹੋ ਰਹੀ ਆ, ਕਿਉਂਕਿ ਡਿਸਪਲੇਸਮੈਂਟ ਇੱਧਰ ਨੂੰ ਵੱਧਦੀ ਆ ਵਾਈ ਐਕਸਿਸ ਵਾਲੇ ਪਾਸੇ ਨੂੰ, ਇੱਥੇ ਡਿਸਪਲੇਸਮੈਂਟ ਘਟ ਰਹੀ ਆ ਜਿਉਂ-ਜਿਉਂ ਟਾਈਮ ਚੱਲ ਰਿਹਾ। ਸੋ ਇਸ ਕਰਕੇ ਇੱਥੇ ਬੋਡੀ ਦੀ ਐਵਰੇਜ ਵੈਲੋਸਿਟੀ ਨੈਗੇਟਿਵ ਹੋਏਗੀ। 0 ਵਾਲਾ ਕੇਸ ਕੀ ਹੋਏਗਾ? ਜੇਕਰ ਗ੍ਰਾਫ ਦੇ ਵਿੱਚ ਇਸ ਲਾਈਨ ਦੀ ਜਗ੍ਹਾ ਤੇ ਗ੍ਰਾਫ ਇਦਾਂ ਦਾ ਹੋਵੇ, ਬੋਡੀ ਰੈਸਟ ਤੇ ਆ, ਬੋਡੀ ਦਾ ਡਿਸਟੈਂਸ ਮੂਵ ਹੀ ਨਹੀਂ ਕਰ ਰਿਹਾ ਉੱਪਰ ਨੂੰ, ਸੋ ਇਸ ਕੇਸ ਦੇ ਵਿੱਚ ਜੋ ਵੀ ਐਵਰੇਜ ਹੈ ਉਹ 0 ਹੋਏਗੀ। ਆਪਣੇ ਅਗਲੇ ਟੌਪਿਕ ਤੇ ਆਉਂਦੇ ਆ, ਜਿਸ ਦਾ ਨਾਮ ਹੈ ਇਨਸਟੈਂਟੇਨੀਅਸ ਵੈਲੋਸਿਟੀ। ਪਹਿਲਾਂ ਇਹਦੇ ਨਾਮ ਦਾ ਮਤਲਬ ਸਮਝਦੇ ਆ, ਕੀ ਹੁੰਦੀ ਆ ਇਨਸਟੈਂਟੇਨੀਅਸ ਵੈਲੋਸਿਟੀ? ਇਨਸਟੈਂਟੇਨੀਅਸ ਵਰਡ ਬਣਿਆ ਹੈ ਇਨਸਟੈਂਟ ਤੋਂ। ਇਨਸਟੈਂਟ ਦਾ ਮਤਲਬ ਹੁੰਦਾ ਬੇਟੇ ਪੰਜਾਬੀ ਦੇ ਵਿੱਚ ਪਲ, ਇੱਕ ਪਲ, ਇੱਕ ਛੋਟਾ ਜਿਹਾ ਅੱਖ ਦੇ ਝਪੱਕੇ ਜਿੰਨਾ ਸਮਾਂ, ਬਿਲਕੁਲ ਛੋਟਾ, ਇੰਨਾ ਛੋਟਾ ਵੀ ਜਿਸ ਦੀ ਕੰਪੈਰੀਜ਼ਨ ਆਪਾਂ 0 ਦੇ ਨਾਲ ਕਰ ਲਈਏ, ਵੀ ਇੰਨਾ ਕੁ ਛੋਟਾ ਵੀ 0 ਹੈ ਨਹੀਂ ਪਰ ਨੀਅਰਲੀ ਇਕੁਅਲ ਟੂ 0 ਆ। ਤਾਂ ਇਨਸਟੈਂਟੇਨੀਅਸ ਵੈਲੋਸਿਟੀ ਪੈਰ ਦੇ ਵਿੱਚ ਵੀ ਦੇ ਅਸੀਂ INST ਲਿਖ ਸਕਦੇ ਹਾਂ। ਇਹ ਹੁੰਦੀ ਆ ਸਾਡੇ ਕੋਲੇ ਦੀ ਚੇਂਜ ਇਨ ਪੋਜੀਸ਼ਨ ਆਫ ਦੀ ਬੋਡੀ, ਜਿਹਨੂੰ ਅਸੀਂ ਡੈਲਟਾ ਐਕਸ ਕਹਿ ਦਿੰਦੇ ਹਾਂ। ਚੇਂਜ ਇਨ ਪੋਜੀਸ਼ਨ, ਇੱਥੇ ਚੇਂਜ ਇਨ ਡਿਸਪਲੇਸਮੈਂਟ ਵੀ ਹੋ ਸਕਦੀ ਆ, ਚੇਂਜ ਇਨ ਡਿਸਟੈਂਸ ਵੀ ਹੋ ਸਕਦਾ। ਇਨ ਏ ਯੂਨਿਟ ਟਾਈਮ ਇੰਟਰਵਲ ਡੈਲਟਾ ਟੀ, ਵੇਅਰ ਡੈਲਟਾ ਟੀ is so small that it approaches to 0। ਮੈਥਮੈਟੀਕਲ ਨੋਟੇਸ਼ਨਸ ਦੇ ਵਿੱਚ ਇੱਕ ਵਾਰੀ ਫੇਰ ਦੇਖ ਲਈਏ ਇਹਨੂੰ ਅਸੀਂ ਕਿਵੇਂ ਲਿਖਦੇ ਹਾਂ, ਇਕੁਅਲ ਟੂ ਡੈਲਟਾ ਐਕਸ ਅਪੋਨ ਡੈਲਟਾ ਟੀ, ਇੱਥੇ ਅਸੀਂ ਲਿਖ ਦਾਂਗੇ ਲਿਮਿਟ ਡੈਲਟਾ ਟੀ ਅਪਰੋਚਿਸ ਟੂ 0। ਸੋ ਇਹ ਇਹਦੇ ਲਿਖਣ ਦਾ ਤਰੀਕਾ ਵੀ ਡੈਲਟਾ ਟੀ ਅਪਰੋਚਿੰਗ ਟੂ 0। ਸਪੋਜ਼ ਕਰੀਏ ਅਸੀਂ ਇਸ ਗ੍ਰਾਫ ਦੇ ਵਿੱਚ 4 ਸੈਕਿੰਡ ਦੇ ਉੱਤੇ ਬੋਡੀ ਦੀ ਵੈਲੋਸਿਟੀ ਫਾਈਂਡ ਕਰਨੀ ਹੈ। ਸੋ ਆਹ ਸਾਡਾ 4 ਸੈਕਿੰਡ ਦਾ ਟਾਈਮ ਆ, ਇਹਦਾ ਮਤਲਬ t ਹੈ ਸਾਡਾ 4 ਸੈਕਿੰਡਸ। 4 ਸੈਕਿੰਡ ਦੇ ਉੱਤੇ ਬੋਡੀ ਦੀ ਵੈਲੋਸਿਟੀ ਫਾਈਂਡ ਕਰਨੀ ਆ, ਤਾਂ ਅਸੀਂ ਕੀ ਕਰਾਂਗੇ? ਅਸੀਂ ਇੱਕ ਇੰਟਰਵਲ ਚੂਜ਼ ਕਰਾਂਗੇ, 4 ± ਡੈਲਟਾ ਟੀ, 4 ਸੈਕਿੰਡ ± ਡੈਲਟਾ ਟੀ, ਦੋਨਾਂ ਦਾ ਟਾਈਮ ਇੰਟਰਵਲ ਦੇਖਾਂਗੇ। ਜੇਕਰ ਜਿੰਨਾ ਇਹ ਟਾਈਮ ਇੰਟਰਵਲ ਛੋਟਾ ਹੋਏਗਾ ਉਨੀ ਸਾਡੀ ਵੈਲੋਸਿਟੀ ਇਨਸਟੈਂਟੇਨੀਅਸ ਐਕੂਰੇਟ ਹੋਏਗੀ। ਇਹ ਤੁਸੀਂ ਆਪਣੀ NCERT ਬੁੱਕ ਦੇ ਟੇਬਲ ਨੰਬਰ 3.1 ਤੋਂ ਬੜੀ ਅੱਛੀ ਤਰੀਕੇ ਦੇ ਨਾਲ ਸਮਝ। ਦੀ ਪੋਜੀਸ਼ਨ ਆਫ ਐਨ ਆਬਜੈਕਟ ਮੂਵਿੰਗ ਅਲੋਂਗ x axis ਇਜ਼ ਗਿਵਨ ਬਾਏ, ਕਿਸੇ ਬੋਡੀ ਦੀ ਪੋਜੀਸ਼ਨ ਦਿੱਤੀ ਹੋਈ ਆ ਤੇ ਉਹਦੀ ਇਕੁਏਸ਼ਨ ਦਿੱਤੀ ਆ x = a + bt²। ਮਤਲਬ ਇਸ ਇਕੁਏਸ਼ਨ ਦੇ ਵਿੱਚ t ਦੀਆਂ ਵੈਲਿਊਜ਼ ਪੁੱਟ ਕਰਾਂਗੇ ਤੇ a b ਦੀਆਂ ਵੈਲਿਊਜ਼ ਪੁੱਟ ਕਰਾਂਗੇ ਤੇ ਸਾਡੇ ਕੋਲ ਬੋਡੀ ਦੇ ਮੋਸ਼ਨ ਦਾ ਗ੍ਰਾਫ ਆ ਜਾਏਗਾ। ਜਿਵੇਂ ਆਪਾਂ ਨੂੰ ਆਹ ਗ੍ਰਾਫ ਆਪਾਂ ਸਟੱਡੀ ਕੀਤਾ ਸੀ, ਉਸ ਤਰੀਕੇ ਨਾਲ ਸਾਨੂੰ ਬੋਡੀ ਦੇ ਮੋਸ਼ਨ ਦੀ ਇਕੁਏਸ਼ਨ ਦਿੱਤੀ ਹੋਈ ਆ। ਪੁੱਛਿਆ ਕੀ ਆ ਜੀ, ਵੇਅਰ a ਦੀ ਵੈਲਿਊ ਦਿੱਤੀ ਹੋਈ ਆ 8.5 ਮੀਟਰਸ,
b ਦੀ ਵੈਲਿਊ ਦਿੱਤੀ ਹੋਈ ਆ 2.5 ਮੀਟਰ ਪਰ ਸੈਕਿੰਡ ਸਕੁਅਰ। ਹੁਣ ਇੱਥੋਂ ਸਾਨੂੰ ਯੂਨਿਟਸ ਤੋਂ ਪਤਾ ਲੱਗ ਜਾਂਦਾ ਵੀ a ਸਾਡੇ ਕੋਲੇ ਡਿਸਟੈਂਸ ਆ ਕਿਉਂਕਿ ਮੀਟਰਸ ਦੇ ਵਿੱਚ ਦਿੱਤਾ ਹੋਇਆ, ਤੇ b ਸਾਡੇ ਕੋਲੇ ਐਕਸਲਰੇਸ਼ਨ ਆ ਬਿਕੋਜ਼ ਮੀਟਰ ਪਰ ਸੈਕਿੰਡ ਸਕੁਅਰ 'ਚ ਦਿੱਤੀ ਹੋਈ ਆ। ਐਂਡ t ਇਜ਼ ਮੈਜ਼ਰਡ ਇਨ ਸੈਕਿੰਡਸ। ਵਟ ਇਜ਼ ਇਟਸ ਵੈਲੋਸਿਟੀ ਐਟ, ਵੈਲੋਸਿਟੀ ਫਾਈਂਡ ਕਰਨੀ ਆ ਐਟ t equal to 0 seconds and t equal to 2 seconds। ਦੂਸਰਾ ਕੁਐਸਚਨ ਇਹਦੇ ਨਾਲ ਹੀ ਪੁੱਛਿਆ ਗਿਆ। ਪਹਿਲਾ ਕੁਐਸਚਨ ਸਾਨੂੰ ਪੁੱਛਿਆ ਵੈਲੋਸਿਟੀ ਦਾ, ਦੂਸਰਾ ਪੁੱਛਿਆ ਗਿਆ ਵਾਟ ਇਜ਼ ਦੀ ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਫਾਈਂਡ ਕਰਨੀ ਆ ਬਿਟਵੀਨ t equal to 2 seconds and t equal to 4 seconds। ਸੋ ਇਹਨੂੰ ਸੋਲਵ ਕਰਨ ਦੇ ਲਈ ਇਕੁਏਸ਼ਨ ਦਿੱਤੀ ਹੋਈ ਆ ਬੋਡੀ ਦੇ ਮੋਸ਼ਨ ਦੀ x equal to a plus bt ਸਕੁਅਰ। x ਡਿਸਪਲੇਸਮੈਂਟ ਦਿੱਤੀ ਹੋਈ ਆ, ਪਰ ਅਸੀਂ ਕੱਢਣਾ ਕੀ ਆ ਵੈਲੋਸਿਟੀ। ਡਿਸਪਲੇਸਮੈਂਟ ਤੋਂ ਵੈਲੋਸਿਟੀ ਤੇ ਜਾਣ ਲਈ ਸਾਨੂੰ ਵੈਲੋਸਿਟੀ ਦੀ ਡੈਫੀਨੇਸ਼ਨ ਨੂੰ ਦੁਬਾਰੇ ਰਿਮਾਈਂਡ ਕਰਨਾ ਪਵੇਗਾ। ਵੈਲੋਸਿਟੀ ਇਜ਼ ਦੀ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ, ਮਤਲਬ velocity will be dx upon dt। ਹੁਣ d upon dt of x ਕੱਢਣ ਲਈ x ਦੀ ਵੈਲਿਊ ਇੱਥੇ ਪੁੱਟ ਕਰ ਦਈਏ a plus bt ਸਕੁਅਰ। ਤੋਂ ਸੋਲਵ ਕਰਕੇ ਕੀ ਆਏਗਾ, ਕਿਉਂਕਿ a ਤਾਂ ਸਾਡਾ ਕੌਂਸਟੈਂਟ ਆ ਇਸ ਕਰਕੇ ਇਹਦਾ ਡੈਰੀਵੇਟਿਵ 0 ਹੋ ਗਿਆ, ਪਲੱਸ b ਕੋਫੀਸ਼ੀਐਂਟ ਆ ਇਦਾਂ ਹੀ ਅੱਗੇ ਆ ਜਾਏਗਾ, t ਸਕੁਅਰ ਦਾ ਡੈਰੀਵੇਟਿਵ ਆਏਗਾ 2t। ਸੋ ਇਹਦਾ ਮਤਲਬ ਸਾਡੀ ਵੈਲੋਸਿਟੀ ਦੀ ਇਕੁਏਸ਼ਨ ਬਣ ਗਈ 2bt। ਹੁਣ ਕੁਐਸਚਨ ਸਾਨੂੰ ਪੁੱਛਿਆ ਸੀ ਵੈਲੋਸਿਟੀ ਫਾਈਂਡ ਕਰੋ ਐਟ t is equal to 0 ਐਂਡ t equal to 2 seconds। ਇਸ ਇਕੁਏਸ਼ਨ ਦੇ ਵਿੱਚ t equal to 0 ਪੁੱਟ ਕੀਤਾ ਤਾਂ v at 0 ਸਾਡੇ ਕੋਲੇ ਆ ਗਈ 0, ਤੇ ਜੇ ਅਸੀਂ t equal to 2 ਪੁੱਟ ਕਰਦੇ ਆ ਤੇ ਵੈਲੋਸਿਟੀ ਐਟ 2 ਸੈਕਿੰਡ ਸਾਡੇ ਕੋਲੇ ਆਏਗੀ। ਇਹਦੇ ਵਿੱਚ t ਦੀ ਵੈਲਿਊ ਅਸੀਂ 2 ਪੁੱਟ ਕਰਾਂਗੇ, 2 ਟਾਈਮਸ b ਦੀ ਵੈਲਿਊ ਸਾਨੂੰ ਦਿੱਤੀ ਹੋਈ ਆ 2.5 ਐਂਡ t ਦੀ ਵੈਲਿਊ 2 ਸੈਕਿੰਡਸ। ਸੋ ਇਟ ਵਿਲ ਬੀ 10 ਮੀਟਰ ਪਰ ਸੈਕਿੰਡ। ਸੈਕਿੰਡ ਪਾਰਟ ਅਸੀਂ ਹੁਣ ਐਵਰੇਜ ਵੈਲੋਸਿਟੀ ਕੱਢਣੀ ਆ। ਐਵਰੇਜ ਵੈਲੋਸਿਟੀ ਦਾ ਜੋ ਫਾਰਮੂਲਾ ਹੈ ਉਹ ਸਾਡੇ ਕੋਲ ਹੈ डिस्प्लेसमेंट एट t2 माइनस डिस्प्लेसमेंट एट t1 बटे t2 माइनस t1। सो डिस्प्लेसमेंट एट t2, डिस्प्लेसमेंट एट t2 ਕੱਢਣ ਲਈ t1 ਸਾਡਾ 2 ਸੈਕਿੰਡ ਆ ਤੇ t2 ਆ ਸਾਡਾ 4 ਸੈਕਿੰਡਸ। ਡਿਸਪਲੇਸਮੈਂਟ ਵਾਲੀ ਇਕੁਏਸ਼ਨ ਸਾਡੀ ਆ ਪਈ ਆ। ਸੋ ਡਿਸਪਲੇਸਮੈਂਟ ਵਾਲੀ ਇਕੁਏਸ਼ਨ ਜਿਹਦੇ ਵਿੱਚ x ਦਿੱਤਾ ਗਿਆ ਹੈ ਇਹਦੇ ਵਿੱਚ ਵੈਲਿਊ ਪੁੱਟ ਕਰੀਏ t1 equal to 2 ਤੇ ਸਾਨੂੰ ਇੱਥੇ a ਦੀ ਵੈਲਿਊ ਵੀ ਪੁੱਟ ਕਰਨੀ ਪਵੇਗੀ। ਸੋ x1 ਕਿੰਨਾ ਹੋਏਗਾ ਜੀ, ਸੋ x1 ਇਜ਼ a 8.5 ਪਲੱਸ b ਦੀ ਵੈਲਿਊ 2.5 ਇੰਟੂ t ਸਕੁਅਰ, 2 ਦੂਣੀ 4। ਸੋ ਇਹ ਵੈਲਿਊ ਸਾਡੇ ਕੋਲ ਆ ਜਾਏਗੀ 18.5 meters। and what about x2? x2 will be 8.5 plus 2.5 times 4 4 ਦਾ 16। ਸੋ ਇਹ ਸਾਡੇ ਕੋਲੇ ਆਏਗੀ 'ਸੋ ਦਿਸ ਕਮਸ ਆਊਟ ਟੂ ਬੀ 48.5 meters। ਹੁਣ ਇਹ ਵੈਲਿਊਜ਼ ਅਸੀਂ ਇੱਥੇ ਪੁੱਟ ਕਰ ਦਈਏ, ਇਹਦੀ ਵੈਲਿਊ ਪੁੱਟ ਕਰ ਦਈਏ ਵੈਲੋਸਿਟੀ ਐਵਰੇਜ ਇਕੁਅਲ ਟੂ 48.5 ਮਾਈਨਸ 18.5 ਕਰੀ ਸੋਲਵ ਡਿਵਾਈਡਡ ਬਾਏ 4 minus 2, so which is equal to 0.30 over 2 and which is equal to 15 meter per second।
ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਬੋਡੀ ਦੀ ਐਵਰੇਜ ਵੈਲੋਸਿਟੀ ਸਾਡੇ ਕੋਲੇ 15 ਮੀਟਰ ਪਰ ਸੈਕਿੰਡ ਆ ਗਈ ਹੈ। ਸੋ ਇਸ ਤਰ੍ਹਾਂ ਅਸੀਂ ਐਵਰੇਜ ਵੈਲੋਸਿਟੀ ਤੇ ਇਨਸਟੈਂਟੇਨੀਅਸ ਵੈਲੋਸਿਟੀ, ਹੁਣ ਇਹਦੇ ਵਿੱਚ ਇਨਸਟੈਂਟੇਨੀਅਸ ਵੈਲੋਸਿਟੀਜ਼ ਕਿਹੜੀਆਂ ਸੀ, ਜਦੋਂ ਆਪਾਂ v ਦੀ ਵੈਲਿਊ ਕੱਢੀ ਸੀ ਐਟ 0 ਤੇ ਐਟ 2 ਸੈਕਿੰਡਸ ਤੇ। ਸੋ ਇਹ ਸਾਡੀਆਂ ਦੋਨੇ ਇਨਸਟੈਂਟੇਨੀਅਸ ਵੈਲੋਸਿਟੀਜ਼ ਹੋ ਗਈਆਂ ਤੇ ਇਹ ਸਾਡੀ ਐਵਰੇਜ ਵੈਲੋਸਿਟੀ ਹੋ ਗਈ। ਸੋ ਇਸ ਤਰ੍ਹਾਂ ਅਸੀਂ ਐਵਰੇਜ ਵੈਲੋਸਿਟੀ ਦੇ ਤੇ ਐਵਰੇਜ ਐਕਸਲਰੇਸ਼ਨ ਦੇ, ਐਵਰੇਜ ਸਪੀਡ ਦੇ, ਜਿਵੇਂ ਮੈਂ ਤੁਹਾਨੂੰ ਸਰਕਲ ਦੇ ਵਿੱਚ ਮੋਸ਼ਨ ਦਾ ਕੁਐਸਚਨ ਦੱਸਿਆ ਸੀ, ਸੋ ਆਪਾਂ ਉਹ ਕਰ ਸਕਦੇ ਹਾਂ। ਸੋ ਬੇਟੇ ਇਹਦੇ ਨਾਲ ਦੇ ਕੁਐਸਚਨ ਆਪਣੀ ਜੋ ਤੁਹਾਡੀ ਟੈਕਸਟ ਬੁੱਕ ਹੈ ਉਸ ਦੀ ਐਕਸਰਸਾਈਜ਼ ਦੇ ਵਿੱਚੋਂ ਤੁਸੀਂ ਕੋਸ਼ਿਸ਼ ਕਰਿਓ ਵੀ ਕਰਨੇ ਆ, ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਇਸ ਲੈਕਚਰ ਤੋਂ ਫਾਇਦਾ ਹੋਏਗਾ। ਥੈਂਕ ਯੂ।